ਗਦ ਦੁਖ ਨਿਕੰਦਨਾ ਅਮਰਦਾਸ ਹੋ ਦੈ ਨਿਤ ਧਿਆਵ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਸ੍ਰੀ ਹਰਿ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰਾ ਪਾਰੇ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਜੀਓ ਦੋਹਰਾ ਇਤ ਸਤ ਗੁਰ ਸਭ ਰੀਤ ਕਰ ਜੁਗ ਮਾਤਨ ਹਰਿ ਖਾਏ ਕਰੀ ਬਿਆਹ ਤਿਆਰੀ ਸਕਲ ਚਹੀਅਤ ਸੋ ਅਨਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਰਹੇ ਹੋ। ਆ ਜਿਹੜਾ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ ਇਹ ਬਹੁਤ ਕੀਮਤੀ ਸਮਾਂ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਉਹ ਸਮਾਂ ਧੰਨ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੀਦੇ ਆ। ਹਉ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚਿਤੇਰੇ। ਜਦੋਂ ਵਾਹਿਗੁਰੂ 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 ਅੰਦਰ ਚੱਲਣ ਲੱਗ ਜਾਂਦਾ ਹੈ, ਮੱਲੋ ਮੱਲੀ ਰਸਨਾ ਤੋਂ ਨਾਮ ਚੱਲਦਾ ਹੈ, ਉਦੋਂ ਮਨ ਜੀ ਉੱਠਦਾ। ਅਤੇ ਜਦੋਂ ਵਾਹਿਗੁਰੂ ਭੁੱਲ ਜਾਂਦਾ ਹੈ ਉਦੋਂ ਮਨ ਮਰ ਜਾਂਦਾ ਹੈ, ਉਦੋਂ ਸਮਝੋ ਮੁਰਦਾ ਹੀ ਹੁੰਦਾ ਹੈ, ਜਦੋਂ ਹੋਰ ਖਿਆਲਾਂ ਵਿੱਚ ਸਾਡਾ ਮਨ ਘੁੰਮ ਰਿਹਾ ਹੁੰਦਾ। ਇਸ ਕਰਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਆਖਾਂ ਜੀਵਾਂ ਵਿਸਰੇ ਮਰ ਜਾਓ। ਮਹਾਰਾਜ ਜਦੋਂ ਮੈਂ ਤੁਹਾਡਾ ਨਾਮ ਜਪਦਾ ਹਾਂ ਉਦੋਂ ਤਾਂ ਮੈਂ ਜਿਉਂਦਾ ਹਾਂ, ਜਦੋਂ ਮੈਂ ਭੁਲਾ ਦਿੰਦਾ ਹਾਂ ਉਦੋਂ ਮੈਂ ਮਰ ਜਾਂਦਾ ਹਾਂ। ਸੋ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ, ਅੱਜ ਗੁਰਦੁਆਰਾ ਸਾਧ ਸੰਗਤ ਵਿਖੇ ਸਾਰੀਆਂ ਸੰਗਤਾਂ ਇਕੱਤਰ ਹੋਈਆਂ। ਗੁਰੂ ਘਰ ਦੇ ਪ੍ਰਬੰਧਕ ਸਹਿਬਾਨਾਂ ਨੇ, ਨੌਜਵਾਨ ਵੀਰਾਂ ਨੇ, ਸੰਗਤਾਂ ਨੇ ਉਪਰਾਲਾ ਕੀਤਾ ਹੈ। ਅੱਜ ਦਾ ਦੀਵਾਨ ਆਪਾਂ ਸਜਾ ਰਹੇ ਹਾਂ ਗੁਰੂ ਚਰਨਾਂ 'ਚ ਬੈਠ ਕੇ। ਉਹਦੇ ਰਹਿਣ ਵਾਲੇ ਸਨ ਆਪਣੀ ਬੇਟੀ ਬੀਬੀ ਮਾਤਾ ਜੀਤੋ ਜੀ, ਉਹਨਾਂ ਦਾ ਰਿਸ਼ਤਾ 10ਵੇਂ ਪਾਤਸ਼ਾਹ ਜੀ ਵਾਸਤੇ ਲੈ ਕੇ ਆਏ।
जो माता गुजरी जी ते माता नानकी जी ने प्रवान कर लिया। उस तो बाद विआह की डेट 23 हाड़ का दिन नियत हो गया। 23 हाड़ नूं बरात लैके गुरु जी लाहौर आ जाओ, ये बेनती बाबा हरजस ने की। सतगुरु कहन लगे, बाबा जी सानू लाहौर जाण दा हुक्म नहीं है, पर तुहाडा जो फुरना है भी मैं अपनी बच्ची का विआह लाहौर विच ही करना है, असीं नवां लाहौर वसा देंगे, जिसनों संगतां गुरु का लाहौर कह के याद करया करनगियां। आनंदपुर साहब दे लागे कलगीधर पातशाह जी ने हुक्मनामे जारी कर दिते। जिन्ने भी शहर हैं, हुशियारपुर है, नंगल है, रोपड़ है, नालागढ़ है, अंबाला है, जिथे जिथे गुरु के सिख दुकानदार रहिंदे, कोई कपड़े का काम करता, कोई बजाजी या कोई करियाने का, कोई होर किसी तरीके का समान वेचदा है, उन्होंने हुक्म दिता भी अपनियां दुकानां लैके साडे लाहौर विच आओ, साडे विआह तो पहला सारा शहर बना दिओ, उत्थे वसा दिओ। हुक्म होण दी देरी सी, सिखां ने तैयारियां कर लईआं, अपनियां अपनियां दुकानां लैके उस जगह ते पहुँच गए जिथे अजकल गुरु का लाहौर वसिया होया। बाजार लग गए, रचना रची गई। 10वें पातशाह कलगियां वाले पिता जी का विआह किवें होया, ये कथा चल रही है। सारी संगत प्रेम विच आओ, 10वें पातशाह महाराज के चरणों का ध्यान धर के कथा का आनंद माणीए। आखिए सतनाम वाहेगुरु साहिब, सतनाम वाहेगुरु साहिब जी। दोहरा इत सत गुर सब रीत कर, जुगमा तन हर खाए। इधर महाराज 10वें पातशाह जी ने विआह दीयां तैयारियां करवा लईआं। दोवें माता नानकी जी जो गुरु गोबिंद सिंह साहब की दादी है, उसनों अपने पोते के विआह का बड़ा शौक है, क्योंकि गुरु हरगोबिंद साहब जी 6वें पातशाह ने माता नानकी नूं वर दिता सी, नानकी तेरा पोतरा बड़ा बली होवेगा, जिहड़ा काम असीं शुरू कर चले उन्होंने पूरा करेगा, ਉਹਦਾ प्रताप बादशाह तो वध के होवेगा। अवतारां दा, गुरुआं दा, पीरां दा पीर, गुरुआं दा गुरु, जोधियां दा जोधा, बादशाह दा बादशाह होवेगा। अज ਉਹਦੇ ਵਿਆਹ ਦੀ ਤਿਆਰੀ हो रही है, तो दादी ਨੂੰ ਤਾਂ खुशी होनी सी। जिथे दादी खुश है उत्थे माँ गुजरी भी खुश है। दोवें सस्सां नोहां विआह की तैयारी आप करवा रही हैं। करी विआह तैयारी सकल चाहियत सो अनवाय। विआह की सारी तैयारी करवा लई है, जो कुछ चाहिदा है वो बाजारां विचों, शहरां विचों, दूर दराडियां तो मंगवा लिया गया है। चौपई तबह सुभिखिए शगन पठायो। ਤਾਂ ਭਾਈ ਹਰਜਸ ਸੁਭਿਖੀਏ ਨੇ ਵਿਆਹ ਤੋਂ ਪਹਿਲਾਂ ਜਿਹੜਾ ਸਗਨ ਭੇਜੀਦਾ ਹੈ, ਉਹ ਸਗਨ ਦੀ ਸਮੱਗਰੀ ਭੇਜੀ ਹੈ। ਬਿਜਨਾਉ ਤਬ ਲੈ ਕਰ ਆਇਓ। ਬਾਬੇ ਹਰਜਸ ਸੁਭਿਖੀਏ ਦੇ ਲਾਗੀ ਉਹਨਾਂ ਦਿਨਾਂ ਵਿੱਚ ਸਗਨ ਲੈ ਕੇ ਲਾਗੀ ਜਾਇਆ ਕਰਦੇ ਸਨ। ਅੱਜ ਕੱਲ੍ਹ ਤਾਂ ਲੜਕੀ ਵਾਲੇ ਆਪ ਚਲੇ ਜਾਂਦੇ ਨੇ, ਪਹਿਲਾਂ ਲਾਗੀ ਜਾਂਦੇ ਸਨ। ਲਾਗੀਆਂ ਵਿੱਚ ਇੱਕ ਨਾਈ ਹੁੰਦਾ ਸੀ, ਇੱਕ ਪੰਡਤ ਹੁੰਦਾ ਸੀ। ਉਹ ਜਿਹੜੇ ਕੁਲ ਪੁਰੋਹਿਤ ਹੁੰਦੇ ਸਨ, ਉਹ ਲਾਹੌਰ ਤੋਂ ਗੁਰੂ ਸਾਹਿਬ ਦੇ ਵਾਸਤੇ ਸਗਨ ਦੀ ਸਮੱਗਰੀ ਲੈ ਕੇ ਆਏ ਹਨ। ਭਲੇ ਸਦਨ ਕਰਵਾਇਓ ਡੇਰਾ। ਸਤਿਗੁਰੂ ਜੀ ਨੇ ਲਾਹੌਰ ਤੋਂ ਆਏ ਹੋਏ ਲਾਗੀਆਂ ਦਾ ਵਧੀਆ ਮਕਾਨ ਵਿੱਚ ਡੇਰਾ ਲਵਾਇਆ। ਉਹਨਾਂ ਨੂੰ ਰਹਿਣ ਸਹਿਣ ਵਾਸਤੇ ਵਧੀਆ ਘਰ ਦਵਾਏ ਹਨ, ਮੰਜੇ ਬਿਸਤਰੇ ਦਿੱਤੇ ਹਨ। ਖਾਨ ਪਾਨ ਪੀਠ ਸਵਾਦ ਬਡੇਰਾ। ਤੇ ਖਾਣ ਪਾਣ ਵਾਲੇ ਸਵਾਦੀ ਭੋਜਨ ਭੇਜੇ ਹਨ, ਚੰਗੇ ਚੰਗੇ ਭੋਜਨ ਪ੍ਰਸ਼ਾਦ ਆਏ ਹੋਏ ਲਾਗੀਆਂ ਨੂੰ ਛਕਾਏ ਗਏ ਹਨ। श्री गुजरी सुन मंगल ठाना। माता गुजरी जी ने जदों पता लगा भी अज सगन आए ने ते खुशी मनाई है। आ मेरे पुत्र नूं सगन दा टिका लगेगा, मेरे पुत्र दा विआह होवेगा, ये चाह मां गुजरी दे मन विच है। करियो हकारण गणक सुजाना। अपने कुल पुरोहित नूं बुलाया है, उस नाल विचार कीती है।
श्रेष्ठ समा विचार बतावह। ਮਹਾਰਾਜ ਮਾਤਾ ਜੀ ਕਹਿੰਦੇ ਆ ਵੀ ਵਿਆਹ ਦਾ ਸਮਾਂ ਦੱਸੋ, ਕਿਹੜੇ ਸਮੇਂ ਵਿਆਹ ਹੋਵੇ। मम सुत मस्तक तिलक कढ़ाव। ਮੇਰੇ ਪੁੱਤਰ ਦੇ ਮੱਥੇ ਤੇ ਸਗਨਾਂ ਦਾ ਟਿੱਕਾ ਲੱਗਣਾ ਹੈ। प्रात पंचमी विप्र उचारी। ਕਹਿੰਦੇ ਗਣਕ ਨੇ ਦੱਸਿਆ ਵੀ ਕੱਲ ਪੰਚਮੀ ਦਾ ਦਿਹਾੜਾ ਹੈ। कीजह माता सगरी तैयारी। ਮਾਤਾ ਜੀ ਤੁਸੀਂ ਤਿਆਰੀ ਕਰੋ, ਕੱਲ ਨੂੰ ਹੀ ਮਹਾਰਾਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਦੇ ਮੱਥੇ ਤੇ ਸਗਨਾਂ ਦਾ ਤਿਲਕ ਲੱਗ ਜਾਵੇ। तुमरो नंदन मंगल मूल। ਹੇ ਮਾਤਾ, ਤੁਹਾਡਾ ਪੁੱਤਰ ਖੁਸ਼ੀਆਂ ਦਾ ਮੁੱਢ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਸੰਸਾਰ 'ਚ ਜਿੰਨੀਆਂ ਵੀ ਖੁਸ਼ੀਆਂ ਨੇ ਕਲਗੀਧਰ ਪਾਤਸ਼ਾਹ ਦੀਆਂ ਨੇ। ਸਾਨੂੰ ਵੀ ਉਹਨਾਂ ਵਿੱਚੋਂ ਕੁਝ ਹਿੱਸਾ ਮਿਲ ਜਾਂਦਾ ਤੇ ਅਸੀਂ ਖੁਸ਼ ਹੋ ਜਾਂਦੇ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਮਿਹਰ ਦੀ ਨਿਗਾਹ ਕਰ ਦਿੰਦੇ ਆ ਬਾਜਾਂ ਵਾਲੇ ਪਾਤਸ਼ਾਹ, ਤਾਂ ਸਿੱਖ ਦੇ ਘਰ ਸਾਰੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ। सकल गिरबान अनुकूल। ਕਹਿੰਦੇ ਸਾਰੀਆਂ ਸ਼ਕਤੀਆਂ, ਸਾਰੇ ਦੇਵੀ ਦੇਵਤੇ ਇਸ ਵਿਆਹ ਵਿੱਚ ਆਉਣੇ ਨੇ, ਕਿਉਂਕਿ ਸਭ ਤੋਂ ਵੱਡੇ ਪਾਤਸ਼ਾਹ ਦਾ ਵਿਆਹ ਹੈ। ਦੀਵਾਨ ਦੇਵ ਜੋ ਦੇਵਤਿਆਂ ਦਾ ਵੀ ਦੇਵਤਾ ਹੈ। ਗੁਰ ਜੈਸਾ ਨਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਕਹਿੰਦੇ ਗੁਰੂ ਵਰਗਾ ਕੋਈ ਦੇਵਤਾ ਨਹੀਂ। ਸਾਰੇ ਦੇਵੀ ਦੇਵਤੇ ਗੁਰੂ ਨੂੰ ਨਮਸਕਾਰ ਕਰਦੇ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਤੋਂ ਵੱਡੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਆਹ ਹੈ। नाम गुरु को विघ्न विनाशी। ਕਿਉਂਕਿ ਗੁਰੂ ਦਾ ਨਾਮ ਵਿਘਨਾਂ ਨੂੰ ਦੂਰ ਕਰਨ ਵਾਲਾ ਹੈ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ। ਕੋਈ ਵੀ ਕੰਮ ਕਰਨਾ ਹੋਵੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਜਦੋਂ ਆਪਾਂ ਇਹ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਮਹਾਰਾਜ ਤੁਹਾਡਾ ਆਸਰਾ ਲੈ ਕੇ ਕੰਮ ਸ਼ੁਰੂ ਕਰਨ ਲੱਗਿਆ, ਆਪਣੇ ਸੇਵਕਾਂ ਦਾ ਕਾਰਜ ਰਾਸ ਕਰਿਆ ਜੇ, ਬਿਰਧ ਬਾਣੇ ਦੀ ਲਾਜ ਰੱਖਿਆ ਜੇ, ਤੇ ਫਿਰ ਉਹ ਕੰਮ 'ਚ ਵਿਘਨ ਪੈ ਹੀ ਨਹੀਂ ਸਕਦਾ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ। ਨਾਮ ਗੁਰੂ ਕੋ ਵਿਘਨ ਵਿਨਾਸੀ। ਗੁਰੂ ਦਾ ਨਾਂ ਹੀ ਵਿਘਨਾਂ ਦਾ ਨਾਸ਼ ਕਰਨ ਵਾਲਾ ਹੈ। पूरन होता मनोरथ राशि। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਜਿਹੜਾ ਵੀ ਕੰਮ ਕਰੀਏ ਉਹ ਪੂਰਾ ਹੁੰਦਾ ਹੈ। ਸਾਰੇ ਮਨੋਰਥ ਪੂਰੇ ਹੁੰਦੇ ਹਨ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਹਾਂਜੀ। सुन गुजरी मन हरख न थोरा। ਮਾਤਾ ਗੁਜਰੀ ਜੀ ਬੜੇ ਖੁਸ਼ ਹੋਏ ਨੇ। ਉਹਨਾਂ ਦੇ ਮਨ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਹੈ। भेजी सुध सबहिन की औरा। ਮਾਤਾ ਗੁਜਰੀ ਜੀ ਨੇ ਸਾਰਿਆਂ ਵੱਲ ਖਬਰ ਭੇਜ ਦਿੱਤੀ ਹੈ। ਕੀਰਤਪੁਰ ਤੇ ਸਕਲ ਹਕਾਰੀ। ਮਾਤਾ ਗੁਜਰੀ ਜੀ ਨੇ ਕੀਰਤਪੁਰ ਤੋਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਹੈ। ਕੀਰਤਪੁਰ ਦੇ ਵਿੱਚ ਮਾਤਾ ਗੁਜਰੀ ਦੀ ਜਠਾਣੀ ਰਹਿੰਦੀ ਹੈ, ਜਿਹੜੀ ਜੇਠ ਦੀ ਘਰ ਵਾਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਭਰਜਾਈ। ਉਹਦਾ ਨਾਮ ਮਾਤਾ ਖੇਮ ਕੌਰ ਸੀਗਾ। ਜਦੋਂ ਮਾਤਾ ਖੇਮ ਕੌਰ ਦਾ ਬਾਬੇ ਸੂਰਜਮਲ ਨਾਲ ਵਿਆਹ ਹੋਇਆ ਸੀ, ਉਸੇ ਦਿਨ ਹੀ ਮਾਤਾ ਬਿਸ਼ਨ ਕੌਰ ਆਪਣੇ ਪਤੀ ਲਾਲ ਚੰਦ ਨੂੰ ਕਹਿਣ ਲੱਗੀ, ਪਤੀ ਜੀ ਆਪਣੀ ਗੁਜਰੀ ਵੀ ਵਿਆਹਣ ਜੋਗੀ ਹੈ ਤੇ ਗੁਰੂ ਸਾਹਿਬ ਦੇ 2 ਪੁੱਤਰ ਵਿਆਹਣ ਨੂੰ ਰਹਿੰਦੇ ਨੇ, ਆਪਾਂ ਆਪਣੀ ਗੁਜਰੀ ਦਾ ਰਿਸ਼ਤਾ ਗੁਰੂ ਸਾਹਿਬ ਦੇ ਪੁੱਤਰ ਨੂੰ ਕਰ ਦਈਏ। ਤੇ ਮਾਤਾ ਬਿਸ਼ਨ ਕੌਰ ਜੋ ਮਾਤਾ ਗੁਜਰੀ ਦੀ ਮਾਂ ਸੀ, ਗੁਰੂ ਗੋਬਿੰਦ ਸਿੰਘ ਦੀ ਨਾਨੀ ਦਾ ਨਾਮ ਬਿਸ਼ਨ ਕੌਰ ਸੀਗਾ, ਨਾਨੇ ਦਾ ਨਾਮ ਲਾਲ ਚੰਦ ਸੀਗਾ। ਮਾਤਾ ਬਿਸ਼ਨ ਕੌਰ ਤੇ ਲਾਲ ਚੰਦ ਦੋਵਾਂ ਨੇ ਸਲਾਹ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੀ ਬੇਟੀ ਗੁਜਰੀ ਦਾ ਰਿਸ਼ਤਾ ਕਰ ਦਿੱਤਾ ਸੀ। ਤੇ ਸਾਧ ਸੰਗਤ ਜੀ, ਉਹ ਖੇਮ ਕੌਰ ਜਿਹੜੀ ਸੀ ਉਹ ਮਾਤਾ ਗੁਜਰੀ ਦੀ ਜਠਾਣੀ, ਉਹ ਬਚਪਨ ਦੀ ਸਹੇਲੀ ਵੀ ਸੀ। ਦੋਵੇਂ ਇਕੱਠੀਆਂ ਹੀ ਖੇਡੀਆਂ ਸਨ, ਇਕੱਠੀਆਂ ਹੀ ਰਹੀਆਂ। ਕਰਤਾਰਪੁਰ ਜਲੰਧਰ ਦੇ ਲਾਗੇ ਉੱਥੇ ਇਹਨਾਂ ਦਾ ਜਨਮ ਹੋਇਆ ਸੀ ਦੋਵਾਂ ਦਾ। ਉੱਥੋਂ ਆਪਣੀ ਜਠਾਣੀ ਨੂੰ ਕੀਰਤਪੁਰ ਸਾਹਿਬ ਤੋਂ
माता गुजरी जी ने सद लिया है। मिली अनेक नगर की नारी। गुरु गोबिंद सिंह दी ताई ਆਪਣੀਆਂ ਨੂੰਹਾਂ ਨੂੰ ਆਪਣੇ ਪੋਤਿਆਂ ਨੂੰ ਨਾਲ ਲੈ ਕੇ ਆਈ ਹੈ। ਇਸੇ ਤਰ੍ਹਾਂ ਹੀ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਗੁਰੂ ਕੇ ਸਿੱਖ ਵਿਆਹ ਵਿੱਚ ਸ਼ਾਮਲ ਹੋਣ ਲਈ ਸਗਨ ਦੇ ਟਾਈਮ ਤੇ ਹਾਜ਼ਰੀ ਭਰਨ ਲਈ ਆ ਗਏ ਨੇ। ਬਾਦਤ ਅਨੇਕ ਰੀਤ ਬਜਵਾਏ। ਬਹੁਤ ਸੋਹਣੇ ਸੋਹਣੇ ਵਾਜੇ ਗਾਜੇ ਵੱਜ ਰਹੇ ਨੇ, ਢੋਲ ਵੱਜ ਰਹੇ ਨੇ, ਸ਼ਹਿਨਾਈਆਂ ਵੱਜ ਰਹੀਆਂ ਨੇ ਤੇ ਬਹੁਤ ਹੀ ਕੋਲਾਹਲ ਮਚਿਆ ਹੋਇਆ, ਆਨੰਦ ਦਾ ਮਾਹੌਲ ਹੈ ਆਨੰਦਪੁਰ ਸਾਹਿਬ ਦੇ ਵਿੱਚ। ਗੁਰੂ ਪੌਰ ਕੇ ਅਗਰ ਸੁਹਾਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੇ ਬੂਹੇ ਦੇ ਅੱਗੇ ਨੌਬਤ ਵੱਜਦੀ ਹੈ। ਜਿਵੇਂ ਅੱਜ ਕੱਲ੍ਹ ਹਜੂਰ ਸਾਹਿਬ ਸਵੇਰੇ ਸਵੇਰੇ ਉਹ ਨਾਲ ਸ਼ਹਿਨਾਈ ਤੇ ਨਾਲ ਛੋਟੇ ਨਗਾਰੇ ਜਿਹਨੂੰ ਲਘੂ ਦੁੰਦਬ ਕਹਿੰਦੇ ਨੇ ਉਹ ਵੱਜਦੇ ਨੇ, ਉਹਨੂੰ ਨੌਬਤ ਕਹਿੰਦੇ ਨੇ। ਗੁਰੂ ਦਸਮ ਪਾਤਸ਼ਾਹ ਦੇ ਦਰਵਾਜ਼ੇ ਤੇ ਨੌਬਤਾਂ ਵੱਜਣੀਆਂ ਸ਼ੁਰੂ ਹੋ ਗਈਆਂ। ਨਿਸਮਹਿ ਮਿਲਹਿ ਚਾਰ ਗਨ ਨਾਰੀ। ਕਹਿੰਦੇ ਰਾਤ ਦੇ ਸਮੇਂ ਬੀਬੀਆਂ ਇਕੱਠੀਆਂ ਹੋ ਕੇ ਮਾਤਾ ਗੁਜਰੀ ਦੇ ਆਲੇ ਦੁਆਲੇ ਬੈਠ ਗਈਆਂ। ਇੱਕ ਨਾਚਤ ਹੈ ਦੇ ਕਰਤਾਰੀ। ਕੋਈ ਗਾਉਂਦੀਆਂ ਨੇ, ਕੋਈ ਨੱਚਦੀਆਂ ਨੇ, ਖੁਸ਼ੀ ਦਾ ਮਾਹੌਲ ਬਣ ਗਿਆ ਜਿਵੇਂ ਵਿਆਹਾਂ ਦੇ ਵਿੱਚ ਹੁੰਦਾ ਹੈ। ਸ੍ਰੀ ਗੁਜਰੀ ਸਭ ਕੋ ਸਨਮਾਨੈ। ਮਾਤਾ ਗੁਜਰੀ ਆਈਆਂ ਹੋਈਆਂ ਰਿਸ਼ਤੇਦਾਰਨੀਆਂ ਦਾ, ਗੁਰੂ ਕੀਆਂ ਸਿੱਖਣੀਆਂ ਦਾ, ਬੀਬੀਆਂ ਦਾ, ਸਾਰੀਆਂ ਦਾ ਮਾਤਾ ਜੀ ਸਨਮਾਨ ਕਰਦੀ ਹੈ। ਮੁਖਤੇ ਕੋਮਲ ਬਾਤ ਬਖਾਨ। ਮਾਤਾ ਗੁਜਰੀ ਸਾਰਿਆਂ ਰਿਸ਼ਤੇਦਾਰਾਂ ਨੂੰ, ਰਿਸ਼ਤੇਦਾਰਨੀਆਂ ਨੂੰ, ਮਾਈਆਂ ਨੂੰ, ਬੀਬੀਆਂ ਨੂੰ ਪਿਆਰ ਨਾਲ ਬੁਲਾਉਂਦੀ ਹੈ। ਆਜ ਦਿਵਸ ਪਰ ਮੈਂ ਬਲਹਾਰੀ। ਤੇ ਮਾਤਾ ਗੁਜਰੀ ਜੀ ਕਹਿੰਦੀ ਹੈ, ਹੇ ਸਖੀ ਅੱਜ ਦੇ ਦਿਨ ਤੋਂ ਮੈਂ ਬਲਿਹਾਰ ਜਾਵਾਂ। ਅੱਜ ਭਾਗਾਂ ਵਾਲਾ ਦਿਨ ਹੈ, ਅੱਜ ਕਰਮਾਂ ਵਾਲਾ ਦਿਨ ਹੈ। ਮੇਰੇ ਗੋਬਿੰਦ ਦਾ ਵਿਆਹ ਨੇੜੇ ਆ ਗਿਆ ਹੈ। ਸੁਤ ਸ਼ਾਦੀ ਹਿਤ ਹਰਖਤ ਨਾਰੀ। ਸਾਰੀਆਂ ਬੀਬੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਆਹ ਦੀ ਖੁਸ਼ੀ ਮਨਾ ਰਹੀਆਂ ਨੇ। ਤਬ ਅਨਵਾਏ ਕਨੋ ਮਿਸ਼ਟਾਨਾ। ਤਾਂ ਮਾਤਾ ਗੁਜਰੀ ਜੀ ਨੇ ਬਹੁਤ ਮਠਿਆਈ ਮੰਗਵਾਈ ਹੈ। ਬੰਟਵਾਇਸ ਕਰ ਅਨੰਦ ਮਹਾਨ। ਔਰ ਉਹ ਮਠਿਆਈਆਂ ਖੁਸ਼ੀ ਨਾਲ ਵੰਡੀਆਂ ਨੇ। ਭਈ ਪ੍ਰਾਤ ਪੁਨ ਹਿਤ ਸਭ ਹੀ ਕਾ। ਫਿਰ ਜਦੋਂ ਸਵੇਰ ਹੋਈ ਹੈ ਤੇ ਸਾਰਿਆਂ ਨੇ ਇਸ਼ਨਾਨ ਪਾਨ ਕਰਕੇ ਨਵੇਂ ਕੱਪੜੇ ਪਹਿਨੇ ਹਨ। ਪੰਚਮੀ ਦਾ ਦਿਨ ਆ ਗਿਆ ਹੈ। ਉਮਗਤ ਭਇਓ ਹਰਖ ਸਭ ਜੀ ਕਾ। ਸਾਰਿਆਂ ਦੇ ਮਨ ਖੁਸ਼ੀ ਨਾਲ ਨੱਚ ਉੱਠੇ ਨੇ। ਸਾਰਿਆਂ ਨੂੰ ਅੱਜ ਦੀ ਖੁਸ਼ੀ ਹੈ ਵੀ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਗਨ ਪੈਣਾ ਹੈ। ਨਾਰ ਸੁਹਾਗਣ ਬ੍ਰਿੰਦ ਹਕਾਈ। ਮਾਤਾ ਗੁਜਰੀ ਜੀ ਨੇ ਬਹੁਤ ਸਾਰੀਆਂ ਸੁਹਾਗਣਾਂ ਬੁਲਾ ਲਈਆਂ ਨੇ। ਬਸਨ ਤੇ ਭੂਖਨ ਸੁੰਦਰ ਧਾਰੀ। ਸੋਹਣੇ ਗਹਿਣੇ, ਸੋਹਣੇ ਬਸਤਰ ਪਹਿਨ ਕਰਕੇ। ਮੰਗਲ ਸੂਲ ਧਰਾਇਸ ਢੋਲੂ। ਔਰ ਮੰਗਲ ਮੂਲ ਜਿਹੜਾ ਖੁਸ਼ੀ ਦੀ ਨਿਸ਼ਾਨੀ ਹੁੰਦੀ ਹੈ, ਢੋਲ ਵੱਜਦਾ ਹੈ। ਢੋਲ ਕਿੱਥੇ ਵੱਜਦਾ? ਜਿੱਥੇ ਖੁਸ਼ੀ ਹੋਵੇ। ਇਹ ਨਿਸ਼ਾਨੀਆਂ ਨੇ। ਅੱਜ ਕੱਲ੍ਹ ਅਸੀਂ ਬਹੁਤੇ ਕੱਟੜ ਹੁੰਦੇ ਜਾ ਰਹੇ ਹਾਂ। ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਵੀ ਛੱਡੀ ਜਾਂਦੇ ਹਾਂ। ਜਿਹੜੀਆਂ ਚੀਜ਼ਾਂ ਜਿਹੜੇ ਸਮੇਂ ਲਈ ਬਣੀਆਂ ਨੇ ਉਹ ਸਮੇਂ ਹੋਣੀਆਂ ਚਾਹੀਦੀਆਂ। ਜੇ ਵਿਆਹ ਦੇ ਸਮੇਂ ਆਪਾਂ ਸੋਗ ਪਾ ਕੇ ਬੈਠੇ ਰਹੀਏ ਚੰਗੇ ਨਹੀਂ ਲੱਗਦੇ, ਤੇ ਸੋਗ ਦੇ ਸਮੇਂ ਢੋਲ ਵਜਾਈਏ ਤੇ ਉਹ ਵੀ ਨਹੀਂ ਚੰਗੇ ਲੱਗਦੇ। ਹਰ ਇੱਕ ਚੀਜ਼ ਦੀ ਮਰਿਆਦਾ ਹੁੰਦੀ ਹੈ। ਮੰਗਲ ਮੂਲ ਜਿਹੜਾ ਖੁਸ਼ੀ ਦਾ ਪ੍ਰਤੀਕ ਹੈ, ਢੋਲ ਵੱਜ ਰਿਹਾ ਹੈ। ਬਾਜਨ ਲੱਗਿਆ ਗਾਏ ਸੁੱਠ ਬੋਲੂ। ਸੋਹਣੇ ਸੋਹਣੇ ਸੁੰਦਰ ਬਚਨ ਬੀਬੀਆਂ ਗੀਤ ਗਾਉਂਦੀਆਂ ਨੇ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਭਾਵੈ। ਜਿਹਦੇ ਵਿੱਚ ਗੁਰੂ ਦੀ ਵਡਿਆਈ ਹੋਵੇ, ਗੁਰੂ ਘਰ ਦੀ ਸੋਭਾ ਹੋਵੇ, ਐਸੇ ਸ਼ਬਦ ਪੜ੍ਹਦੀਆਂ ਨੇ। ਲਗ ਨਿਸ਼ਾਨ ਅਰ ਬਜੀ ਨਫੀਰੈ। ਨਿੱਕੇ ਨਿੱਕੇ ਨਗਾਰੇ ਤੇ ਨਫੀਰੀਆਂ ਵੱਜਦੀਆਂ ਨੇ। ਪਹਿਰੇ ਚੀਰ ਨਵੀਨ ਸਰੀਰ। ਤੇ ਸਭ ਨੇ ਨਵੇਂ ਕੱਪੜੇ ਪਾਏ ਹੋਏ ਨੇ। ਅੱਜ 10ਵੇਂ ਪਾਤਸ਼ਾਹ ਦਾ ਵਿਆਹ ਹੈ। ਕੋਕਿਲ ਕੰਠੀ ਮਿਲ ਮਿਲ ਟੋਲੀ। ਕੋਇਲ ਵਰਗੀ ਜਿਨ੍ਹਾਂ ਦੀ ਆਵਾਜ਼ ਹੈ, ਸੁਰੀਲੀ ਆਵਾਜ਼, ਜੋ ਗੀਤ ਗਾਉਂਦੀਆਂ ਨੇ ਬੀਬੀਆਂ। ਟੋਲੀਆਂ ਦੀ ਟੋਲੀਆਂ ਆ ਕੇ ਆਨੰਦਪੁਰ ਸਾਹਿਬ ਵਿੱਚ ਮਾਤਾ ਜੀ ਨੂੰ ਵਧਾਈਆਂ ਦਿੰਦੀਆਂ ਨੇ।
ਤੇ ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਉਮਗਤ ਆਨੰਦ ਵਧਾਈ ਬੋਲੀ। ਔਰ ਬੜਾ ਹੀ ਆਨੰਦ ਹੈ, 10ਵੇਂ ਪਾਤਸ਼ਾਹ ਨੂੰ ਸਗਨ ਪੈਣ ਵਾਲਾ ਹੈ। ਇਸ ਕਰਕੇ ਮਾਤਾ ਗੁਜਰੀ ਨੂੰ ਤੇ ਮਾਤਾ ਨਾਨਕੀ ਜੀ ਨੂੰ ਵਧਾਈਆਂ ਦਿੰਦੀਆਂ ਨੇ। ਮਾਨ 100 ਗੁਣੀ ਸੀਸ ਚੜਾਵਤ। ਤੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਜਿਹੜਾ ਵੀ ਕੋਈ ਵਧਾਈ ਦਿੰਦਾ ਹੈ ਉਹਨੂੰ 100 ਗੁਣੀ ਮੰਨ ਕੇ ਆਪਣੇ ਸਿਰ ਤੇ ਪ੍ਰਵਾਨ ਕਰਦੀਆਂ ਨੇ। ਕਹਿੰਦੇ ਤੁਹਾਨੂੰ ਵੀ ਵਧਾਈ ਹੋਵੇ, ਗੁਰੂ ਕੀ ਸੰਗਤ ਨੂੰ ਵਧਾਈ ਹੋਵੇ, ਗੁਰੂ ਕੇ ਪਿਆਰਿਆਂ ਨੂੰ ਵਧਾਈ ਹੋਵੇ। ਗੁਜਰੀ ਆਨੰਦ ਕਹਿਓ ਨਹਿ ਜਾਵਤ। ਧੰਨ ਮਾਤਾ ਗੁਜਰੀ ਜੀ ਦੇ ਮਨ ਦੀ ਖੁਸ਼ੀ, ਉਹਨਾਂ ਦੇ ਮਨ ਦੀ ਪ੍ਰਸੰਨਤਾ ਕਹੀ ਨਹੀਂ ਜਾ ਸਕਦੀ। ਬਾਦਤ ਭਜਤ ਸ਼ਰਵਣ ਸਭ ਪੂਰਾ। ਸ੍ਰੀ ਅਨੰਦਪੁਰ ਸਾਹਿਬ ਗਲੀਆਂ ਬਾਜ਼ਾਰਾਂ ਵਿੱਚ ਅੱਜ ਬੜੀ ਚਹਿਲ ਪਹਿਲ ਹੈ, ਬੜੇ ਵਾਜੇ ਵੱਜ ਰਹੇ ਨੇ। ਇੰਨੀ ਆਵਾਜ਼ ਹੈ ਵੀ ਕੰਨਾਂ ਵਿੱਚ ਆਵਾਜ਼ ਕਿਸੇ ਦੀ ਸੁਣਾਈ ਨਹੀਂ ਦਿੰਦੀ। ਜਹ ਕਹਿ ਉਤਸਵ ਮਾਚਤ ਰੂੜਾ। ਬੜਾ ਉਤਸ਼ਾਹ ਹੋ ਰਿਹਾ ਹੈ, ਬੜੇ ਉਤਸਵ ਹੋ ਰਹੇ ਨੇ। ਅਨੰਦਪੁਰ ਸਾਹਿਬ ਆਨੰਦ ਹੀ ਆਨੰਦ ਬਣ ਗਿਆ ਹੈ। ਸੂਖਮ ਬਸਤਰ ਕੁਸੰਭੀ ਬਰਨਾ। ਬੜੇ ਸੂਖਮ ਸੋਹਣੇ ਲਾਲ ਰੰਗ ਦੇ ਕੱਪੜੇ ਸੁਹਾਗਣਾ ਨੇ ਪਹਿਨੇ ਹਨ। ਪਹਿਰਨ ਕਰੇ ਚਾਰ ਆਭਰਨ। ਤੇ ਸੋਹਣੇ ਗਹਿਣੇ ਪਾ ਕੇ ਆਈਆਂ ਨੇ। ਮధుਰ ਬਚਨ ਤੇ ਚੰਪਕ ਬਰਨੀ। ਜਿਨ੍ਹਾਂ ਦਾ ਰੰਗ ਚਮੇਲੀ ਵਰਗਾ ਸੁੰਦਰ ਹੈ, ਉਹ ਮਿੱਠੇ ਮਿੱਠੇ ਗੀਤ ਗਾਉਂਦੀਆਂ, ਮਿੱਠੀ ਆਵਾਜ਼ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਘੋੜੀਆਂ ਗਾਉਂਦੀਆਂ ਨੇ। ਗਾਰੀ ਦੇਤ ਮਿਲੀ ਗਨ ਤਰੁਣੀ। ਤੇ ਨੌਜਵਾਨ ਸੁਹਾਗਣਾ ਉਸ ਵੇਲੇ ਸਿੱਠਣੀਆਂ ਦਿੰਦੀਆਂ। ਉਹ ਇੱਕ ਰਿਵਾਜ ਸੀਗਾ ਸਿੱਠਣੀਆਂ ਦਾ, ਜਿਹਦੇ ਵਿੱਚ ਮਿੱਠੀਆਂ ਮਿੱਠੀਆਂ ਗਾਲਾਂ ਵੀ ਕੱਢ ਦਿੰਦੀਆਂ ਸੀ। ਉਹ ਮਖੌਲ ਹੁੰਦਾ ਸੀ, ਉਹਦਾ ਕੋਈ ਗੁੱਸਾ ਨਹੀਂ ਸੀ ਕਰਦਾ। ਉਹਦਾ ਕਿਸੇ ਨੂੰ ਗਾਲ ਕੱਢ ਦਿਓ, ਅਗਲਾ ਸਿਰ ਪਾੜਨ ਨੂੰ ਪੈਂਦਾ। ਪਰ ਵਿਆਹ ਦੇ ਵਿੱਚ ਖੁਸ਼ੀ ਦੇ ਸਮੇਂ ਜੇ ਕੋਈ ਸਿੱਠਣੀਆਂ ਦੇਵੇ, ਕੋਈ ਮਜ਼ਾਕ ਕਰੇ, ਉਹ ਅਗਲਾ ਵੀ ਖੁਸ਼ ਹੁੰਦਾ ਹੈ। ਐਸਾ ਮਾਹੌਲ ਬਣਿਆ ਹੈ। ਪੁਨ ਗੁਜਰੀ ਨਿਜ ਪੁੱਤਰ ਹਕਾਰਾ। ਫਿਰ ਸ੍ਰੀ ਮਾਤਾ ਗੁਜਰੀ, ਧੰਨ ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਕੋਲ ਬੁਲਾਇਆ ਹੈ। ਵਿਪਰ ਜਾਏ ਸਭ ਭੇਵ ਉਚਾਰਾ। ਤੇ ਪੰਡਤ ਦਇਆ ਰਾਮ ਜੀ ਜੋ ਗੁਰੂ ਕਲਗੀਧਰ ਪਾਤਸ਼ਾਹ ਦੇ ਕੁਲ ਪੁਰੋਹਿਤ ਵੀ ਸਨ ਤੇ ਗੁਰੂ ਦੀ ਫੌਜ ਦੇ ਯੋਧੇ ਜਰਨੈਲ ਵੀ ਸਨ। ਉਹਨਾਂ ਦੇ ਪਿਤਾ ਜਾਤੀ ਮਲਕ 6ਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਸਨ। ਇਹ ਗੁਰੂ ਘਰ ਦੇ ਸੋਢੀ ਕੁਲ ਦੇ ਪੁਰੋਹਿਤ ਵੀ ਸਨ। ਜਿੱਥੇ ਵਿਦਵਾਨ ਸਨ ਉੱਥੇ ਸ਼ਸਤਰਧਾਰੀ ਵੀ ਸਨ। ਉਹਨਾਂ ਨੇ ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ। ਲੇ ਕਰ ਸੰਗੋ ਸੰਗ ਕਿਰਪਾਲ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਭੂਆ ਦੇ ਪੁੱਤਰਾਂ ਨੂੰ ਨਾਲ ਲੈ ਕੇ, ਮਹਾਰਾਜ 10ਵੇਂ ਪਾਤਸ਼ਾਹ ਦੀ ਇੱਕੋ ਇੱਕ ਭੂਆ ਸੀ, ਉਹਦਾ ਨਾਂ ਸੀ ਬੀਬੀ ਬੀਰੋ। ਗੁਰੂ ਹਰਗੋਬਿੰਦ ਸਾਹਿਬ ਦੀ ਪੁੱਤਰੀ, ਗੁਰੂ ਤੇਗ ਬਹਾਦਰ ਦੀ ਭੈਣ, ਗੁਰੂ ਗੋਬਿੰਦ ਸਿੰਘ ਦੀ ਭੂਆ ਬੀਬੀ ਬੀਰੋ। ਬੀਬੀ ਬੀਰੋ ਦੇ 5 ਪੁੱਤਰ ਸਨ। ਸੰਗੋ ਸ਼ਾਹ, ਜੀਤਮਲ, ਗੁਲਾਬ ਰਾਏ, ਮਾਰੀ ਚੰਦ, ਗੰਗਾ ਰਾਮ। ਪੰਜੇ ਹੀ ਇੱਕ ਤੋਂ ਇੱਕ ਚੜ੍ਹਦੇ ਯੋਧੇ ਤੇ ਜਵਾਨ ਸਨ। ਮਹਾਰਾਜ ਆਪਣੀ ਭੂਆ ਦੇ ਪੁੱਤਰ ਸੰਗੋ ਸ਼ਾਹ ਵੱਡੇ ਭਾਈ ਨੂੰ ਨਾਲ ਲੈ ਕੇ ਆਏ ਮਾਤ ਸਮੀਪ ਕਿਰਪਾਲ। ਮਾਤਾ ਗੁਜਰੀ ਜੀ ਦੇ ਕੋਲ ਆਏ ਨੇ। ਜਦੋਂ ਮਾਤਾ ਜੀ ਨੇ ਬੁਲਾਇਆ, ਪੰਡਤ ਜੀ ਨੇ ਆਖਿਆ ਜਾ ਕੇ ਕਿ ਸਤਿਗੁਰੂ ਜੀ ਆਪ ਜੀ ਨੂੰ ਮਾਤਾ ਜੀ ਯਾਦ ਕਰ ਰਹੇ ਨੇ। ਤੇ ਮਹਾਰਾਜ ਕਹਿੰਦੇ ਭਰਾ ਜੀ ਚਲੋ ਚੱਲੀਏ। ਆਪਣੇ ਵੱਡੇ ਭਾਈ ਨੂੰ ਸੰਗੋ ਸ਼ਾਹ ਨੂੰ ਨਾਲ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਗੁਜਰੀ ਦੇ ਚਰਨਾਂ 'ਚ ਹਾਜ਼ਰ ਹੋਏ ਨੇ। ਚੌਕੀ ਚੰਦਨ ਚਾਰ ਡਸਾਈ। ਮਾਤਾ ਜੀ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਦਿਆਂ ਚੰਦਨ ਦੀ ਚੌਕੀ ਲਾਈ ਹੈ। ਬੜੀ ਸੋਹਣੀ ਚੌਕੀ ਦੇ ਉੱਤੇ ਬਿਠਾਇਆ ਹੈ। ਕਹਿ ਤਿਸ ਪਰ ਗੁਰ ਦੀਨ ਬਿਠਾਈ। ਬੜੀ ਸੋਹਣੀ ਚੰਦਨ ਦੀ ਚੌਕੀ ਤੇ ਸੁੰਦਰ ਵਿਛਾਣਾ ਵਿਛਾ ਕੇ ਉਹਨੂੰ ਸ਼ਿੰਗਾਰ ਕੇ ਉਹਦੇ ਉੱਤੇ ਪੰਥ ਦੇ ਵਾਲੀ ਸਾਹਿਬੇ ਕਮਾਲ ਦੇਖ ਦੇਖ ਦੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਠਾਏ ਗਏ ਹਨ। ਸ਼ਗੁਨ ਥਾਰ ਮਹਿ ਦਿਜ ਬਰ ਲਿਆਇਓ। ਲਾਹੌਰ ਤੋਂ ਜਿਹੜੇ ਪੰਡਤ ਜੀ ਬਾਬੇ ਹਰਜਸ ਸੁਭਿੱਖੀਏ ਦੇ ਪਰਿਵਾਰ ਵੱਲੋਂ ਪੁਰੋਹਿਤ ਆਏ ਸਨ, ਉਹ ਜਿਹੜਾ ਸਗਨ ਲੈ ਕੇ ਆਏ ਸਨ। ਕਰਮ ਜਥੋਚਿਤ ਸਭ ਕਰਵਾਇਓ। ਉਹਨਾਂ ਨੇ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ
ਗੁਰੂ ਘਰ ਦੀ ਰਹਿਤ ਦੇ ਅਨੁਸਾਰ ਗੁਰੂ ਸਾਹਿਬ ਦੀ ਝੋਲੀ ਵਿੱਚ ਸਗਨ ਪਾਇਆ ਹੈ। ਬਹੁਰ ਨਿਕਾਸਿਓ ਮਸਤਕ ਟੀਕਾ। ਤੇ ਫਿਰ ਮੱਥੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਤਿਲਕ ਲਾ ਦਿੱਤਾ ਹੈ, ਟਿੱਕਾ ਲਾ ਦਿੱਤਾ ਹੈ। ਅੱਜ ਕੱਲ ਅਸੀਂ ਸਾਧ ਸੰਗਤ ਜੀ ਸਾਰੀਆਂ ਹੀ ਚੀਜ਼ਾਂ ਬਾਹਮਣਾਂ ਦੇ ਖਾਤੇ ਸੁੱਟਦੇ ਨੇ। ਜੇ ਕੋਈ ਸਿੰਘ ਤਿਲਕ ਲਾ ਲੇਗਾ ਤੇ ਇਹਦੇ ਬਾਹਮਣਵਾਦੀ ਹੈ। ਮੈਨੂੰ ਇਹ ਦੱਸੋ ਵੀ ਸ੍ਰੀ ਗੁਰੂ ਮਹਾਰਾਜ ਦੀ ਬਾਣੀ ਝੂਠੀ ਹੈ? ਗੁਰਬਾਣੀ 'ਚ ਕੀ ਲਿਖਿਆ ਹੈ? ਗੁਰਬਾਣੀ 'ਚ ਲਿਖਿਆ ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਉਹਨਾਂ ਦੇ ਮੱਥੇ ਤੇ ਟਿੱਕੇ ਲੱਗਦੇ ਆ, ਤੇ ਜਿਨ੍ਹਾਂ ਦੇ ਨਾਮ ਨਹੀਂ ਹੁੰਦਾ ਉਹਨਾਂ ਦੇ ਮੱਥੇ ਕਾਲੇ ਹੁੰਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰਬਾਣੀ ਦਾ ਫੈਸਲਾ ਹੈ। ਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਤਿਲਕ ਦੇ ਕੇ ਲਾ ਦਿੱਤੀ ਸੀ। ਬਾਬਾ ਬੁੱਢਾ ਜੀ ਨੇ ਤਿਲਕ ਲਾਇਆ ਸੀ, 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਸੀ। ਅੱਜ ਕੱਲ ਫੇਸਬੁੱਕ ਦੀ ਗੁਰਮਤ ਬੜੀ ਚੱਲ ਰਹੀ ਹੈ। ਕਿਸੇ ਗ੍ਰੰਥ ਨੂੰ ਪੜ੍ਹਨਾ ਨਹੀਂ, ਕਿਸੇ ਗ੍ਰੰਥ ਦੀ ਸਟੱਡੀ ਕਰਨੀ ਨਹੀਂ, ਕਿਸੇ ਸੰਪਰਦਾ ਕਿਸੇ ਟਕਸਾਲ ਵਿਦਿਆਲੇ 'ਚ ਜਾਣਾ ਨਹੀਂ। ਫੇਸਬੁੱਕ ਤੇ ਪੜ੍ਹ ਲਓ ਜੀ ਇਹ ਮਨਮਤ ਹੈ ਜੀ, ਇਹ ਬਾਹਮਣਵਾਦ ਹੈ ਜੀ, ਤੇ ਫਟਾਫਟ ਰੌਲਾ ਪਾ ਦਿਓ। ਟਿੱਕਾ ਜਿਹੜਾ ਹੈ ਇਹ ਕਿਸੇ ਧਰਮ ਦੀ ਕੋਈ ਜਾਇਦਾਦ ਥੋੜਾ ਹੈ, ਭਾਵੇਂ ਬਾਹਮਣਾ ਨਹੀਂ ਲਾਣਾ। ਜਿਹੜੀਆਂ ਚੰਗੀਆਂ ਚੀਜ਼ਾਂ ਸਾਰੀਆਂ ਹੀ ਬਾਹਮਣ ਨੂੰ ਦੇ ਦਿਓ ਤੇ ਆਪਣੇ ਪੱਲੇ ਕੀ ਰਹਿ ਗਿਆ ਹੈ? ਨਾਰੀਅਲ ਕਹਿੰਦਾ ਇਹ ਬਾਹਮਣਾ ਦਾ, ਮੈਨੂੰ ਦੱਸੋ ਨਾਰੀਅਲ ਬਾਹਮਣਾ ਦੇ ਗਿੱਟਿਆਂ ਨੂੰ ਲੱਗਦਾ? ਹਾਂ, ਨਾਰੀਅਲ ਕੁਦਰਤੀ ਫਲ ਹੈ, ਸਿਰੀ ਫਲ ਹੈ, ਸ਼੍ਰੋਮਣੀ ਹੈ, ਗੁਰੂਆਂ ਪੀਰਾਂ ਨੂੰ ਭੇਟਾ ਦਿੱਤਾ ਜਾਂਦਾ। ਆਪਣਾ ਵੱਡਾ ਕੋਈ ਬਜ਼ੁਰਗ ਹੋਵੇ ਉਹਨੂੰ ਸਤਿਕਾਰ ਨਾਲ ਆਪਾਂ ਭੇਟਾ ਕਰ ਸਕਦੇ ਹਾਂ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤਿਲਕ ਲੱਗਾ ਹੈ। ਲਾਹੌਰ ਤੋਂ ਆਏ ਹੋਏ ਲਾਗੀਆਂ ਨੇ ਰਿਸ਼ਤੇ ਦਾ ਸਗਨਾ ਦਾ ਟਿੱਕਾ ਮੱਥੇ ਤੇ ਲਾਇਆ ਹੈ। ਅਛਤ ਲਾਏ ਸੁਹਾਵਤ ਨੀਕਾ। ਕਹਿੰਦੇ ਮਹਾਰਾਜ ਦੇ ਮੱਥੇ ਤੇ ਕੇਸਰ ਚੰਦਨ ਚਾਵਲ ਆਦਿਕ ਦਾ ਟਿੱਕਾ ਲੱਗਾ, ਬੜਾ ਹੀ ਸੋਹਣਾ ਲੱਗ ਰਿਹਾ ਹੈ। ਕੇਸ ਰਾਹੁ ਨੇ ਸਸ ਜਨ ਗਹਿਓ। ਆ ਕਹਿੰਦੇ ਜਿਵੇਂ ਰਾਹੂ ਕੇਤੂ ਨੇ ਚੰਦਰਮਾ ਨੂੰ ਫੜ ਲਿਆ ਹੋਵੇ। ਖੰਡ ਖੰਡ ਕਰ ਖੈਬੇ ਚਹਿਓ। ਤੇ ਉਹ ਚੰਦਰਮਾ ਨੂੰ ਖਾਣਾ ਚਾਹੁੰਦਾ ਹੋਵੇ। ਸੋੜ ਕਰੇ ਅੰਮ੍ਰਿਤ ਬਲ ਭਰੇ। ਆ ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੀ ਸੋਭਾ ਕੈਸੀ ਹੈ? ਕੈਸੀ ਸੋਭਾ? ਕਹਿੰਦੇ ਸੋਭ ਕਰੇ ਅੰਮ੍ਰਿਤ ਬਲ ਭਰੇ। ਅੰਮ੍ਰਿਤ ਸ਼ਕਤੀ ਦੇ ਨਾਲ ਭਰੇ ਹੋਏ ਸਤਿਗੁਰੂ ਪਾਤਸ਼ਾਹ ਜੀ। ਭਾਜ ਸਦਨ ਸੁਰ ਗੁਰ ਕੇ ਬਰੇ। ਕਹਿੰਦੇ ਮਾਨੋ ਭੱਜ ਕੇ ਉਹ ਦੇਵਤਿਆਂ ਦਾ ਜਿਹੜਾ ਗੁਰੂ ਬ੍ਰਹਸਪਤੀ ਉਹਦੇ ਘਰ ਵੜ ਕੇ ਹੁਣ ਇਹ ਤਾਂ ਕਾਲੇ ਕਾਲੇ ਕੇਸਾਂ ਵਿੱਚ ਸੋਹਣਾ ਚੰਨ ਵਰਗਾ ਮੁਖੜਾ ਗੁਰੂ ਗੋਬਿੰਦ ਸਿੰਘ ਦਾ, ਚਾਰੇ ਪਾਸੇ ਮਾੜੀ ਮਾੜੀ ਲੂਈ ਫੁੱਟੀ ਹੈ, ਮੁੱਛਾਂ ਫੁੱਟੀਆਂ ਨੇ, ਨਿੱਕੀ ਨਿੱਕੀ ਕਾਲੀ ਕਾਲੀ ਲੂਈ ਆ ਗਈ ਹੈ ਦਾੜੀ, ਤੇ ਉਹ ਏਦਾਂ ਲੱਗਦਾ ਜਿਵੇਂ ਚੰਦਰਮਾ ਨੂੰ ਰਾਹੂ ਨੇ ਕੇਤੂ ਨੇ ਘੇਰ ਲਿਆ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਜਿੱਥੇ ਸੂਰਜ ਦੀਆਂ ਕਿਰਨਾਂ ਵੀ ਨਹੀਂ ਪਹੁੰਚ ਸਕਦੀਆਂ, ਕਵੀ ਦੀ ਉਡਾਰੀ ਉੱਥੇ ਜਾ ਪੜਦੀ ਹੈ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਡੂੰਘਾ ਅਨੁਭਵ ਹੈ। ਹਾਂਜੀ। ਜਬ ਦਿਜ ਦਿਆ ਬਦਨ ਮਹਿ ਮੋਦਕ। ਜਦੋਂ ਲਾਹੌਰ ਤੋਂ ਆਏ ਹੋਏ ਲਾਗੀਆਂ ਨੇ ਗੁਰੂ ਸਾਹਿਬ ਜੀ ਦੇ ਮੁਖ ਵਿੱਚ ਲੱਡੂ ਪਾਇਆ ਹੈ। ਭਇਓ ਸਮਾ ਸਭਿਹੂ ਤਬ ਮੋਦਕ। ਤਾਂ ਉਹ ਸਮਾਂ ਸਾਰੀ ਦੁਨੀਆ ਲਈ ਖੁਸ਼ੀ ਦਾ ਹੋ ਗਿਆ। ਉਸ ਵੇਲੇ ਗੁਰੂ ਕੇ ਸਿੱਖ ਜਿੰਨੇ ਵੀ ਉੱਥੇ ਹਾਜ਼ਰ ਸਨ, ਸਾਰਿਆਂ ਦੀ ਖੁਸ਼ੀ ਦਾ ਕੋਈ ਭਾਰਾਵਾਰ ਨਹੀਂ ਰਿਹਾ। ਹਾਂਜੀ। ਮਿਲ ਮਿਲ ਗੀਤ ਨਾਗਰੀ ਗਾਵਤ। ਤੇ ਬੀਬੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੇ ਮਨ ਭਾਵੇ। ਹਾਂਜੀ। ਪਿਖ ਸਰੂਪ ਗੁਰ ਬਲ ਬਲ ਜਾਵਤ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸੋਹਣਾ ਰੂਪ ਵੇਖ ਕੇ ਸਭ ਦੁਨੀਆ ਬਲਿਹਾਰ ਜਾਂਦੀ ਹੈ। ਦੇਵਤਿਆਂ ਦੀਆਂ ਅਪਸ਼ਰਾਂ ਵੀ ਸਵਰਗ ਤੋਂ ਆ ਕੇ ਨਾ ਉੱਤੇ ਫੁੱਲਾਂ ਦੀ ਵਰਖਾ ਕਰ ਰਹੀਆਂ ਨੇ। ਅੱਜ ਮੇਰੇ ਪਾਤਸ਼ਾਹ ਦੀ ਸੋਭਾ ਕਹਿਣ ਤੋਂ ਬਾਹਰੀ ਹੈ। ਜੈਸੇ ਗੁਰਬਾਣੀ ਵਿੱਚ ਲਿਖਿਆ, ਪ੍ਰਿਆ ਕੀ ਸੋਭ ਸੁਹਾਵਣੀ ਨੀਕੀ, ਹਾ ਹਾ ਹੂ ਹੂ ਗੰਧਰਵ ਅਪਸਰਾ, ਆਨੰਦ ਮੰਗਲ ਧੁਨ ਗਾਵਣੀ ਨੀਕੀ। ਪ੍ਰਿਆ ਕੀ ਸੋਭ, ਮੇਰੇ ਪਿਆਰੇ ਸਤਿਗੁਰਾਂ ਦੀ ਸੋਭਾ ਬੜੀ ਸੁਹਾਵਣੀ ਹੈ। ਕਹਿੰਦੇ ਸਵਰਗ ਤੋਂ ਆਈਆਂ ਅਪਸਰਾ ਵੀ ਖੁਸ਼ੀ ਦੇ ਗੀਤ ਗਾ ਰਹੀਆਂ ਨੇ।
ਬਾਜ ਉਠੇ ਸੁੰਦਰ ਸਦਿਆਨੇ। ਅੱਜ ਸਾਰੇ ਪਾਸੇ ਖੁਸ਼ੀ ਦੇ ਵਾਜੇ ਵੱਜ ਉੱਠੇ ਹਨ। ਭਾਟ ਕਬੀਤਨ ਕਰਤ ਬਖਾਨੇ। ਭੱਟਾਂ ਨੇ ਕਬਿੱਤ ਗਾਣੇ ਸਵਈਏ ਪੜ੍ਹਨੇ ਸ਼ੁਰੂ ਕਰ ਦਿੱਤੇ ਹਨ। ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਦੇ ਸਵਈਏ ਸਾਧ ਸੰਗਤ ਜੀ ਕਦੀ ਭਾਈ ਵੀਰ ਸਿੰਘ ਜੀ ਦਾ ਲਿਖਿਆ ਕਲਗੀਧਰ ਚਮਤਕਾਰ ਦੂਸਰੇ ਭਾਗ ਦੇ ਵਿੱਚ ਵਿਦਿਆ ਦਰਬਾਰ ਨਾਮ ਦਾ ਲੇਖ ਪੜ੍ਹ ਲਓ। ਬੜੇ ਵੱਡੇ ਮਹਾਨ 52 ਕਵੀ ਗੁਰੂ ਗੋਬਿੰਦ ਸਿੰਘ ਦੀ ਸਭਾ ਦੇ ਸ਼ਿੰਗਾਰ ਉਹਨਾਂ ਨੇ 10ਵੇਂ ਪਾਤਸ਼ਾਹ ਦੀਆਂ ਸਿਫਤਾਂ ਲਿਖੀਆਂ ਨੇ। ਜੋ ਅੱਖਾਂ ਨਾਲ ਦੇਖਿਆ ਉਹ ਲਿਖਿਆ ਹੈ, ਉਸ ਵੇਲੇ ਦੀ ਗਵਾਹੀ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੂਬੀਆਂ ਗਾ ਰਹੇ ਨੇ। ਬਜੇ ਪਖਾਵਜ ਗਨ ਤੰਬੂਰੇ। ਕਿਤੇ ਤੰਬੂਰੇ ਵੱਜ ਰਹੇ ਨੇ, ਕਿਤੇ ਪਖਾਵਜਾਂ ਵੱਜ ਰਹੀਆਂ ਨੇ। ਅੱਜ ਜਿਹੜੀ ਜੋੜੀ ਹੈ ਨਾ, ਇੱਕ ਜੋੜੀ ਹੁੰਦੀ, ਇੱਕ ਪਖਾਵਜ ਹੁੰਦੀ ਹੈ। ਜਿਹੜੀ ਪਖਾਵਜ ਹੁੰਦੀ ਉਹਦੇ ਉੱਤੇ ਆਟਾ ਲਾਇਆ ਜਾਂਦਾ, ਤੇ ਜਿਹੜੀ ਜੋੜੀ ਹੁੰਦੀ ਉੱਤੇ ਕਾਲਾ ਉਹ ਮਸਾਲਾ ਲਾਇਆ ਹੁੰਦਾ। ਤੇ ਜਿਹੜੀ ਪਖਾਵਜ ਹੈ ਉਹਨੂੰ ਆਟਾ ਗਿੱਲਾ ਕਰਕੇ ਲਾਉਂਦੇ ਨੇ, ਫਿਰ ਉਹ ਵੱਜਦੀ ਹੈ। ਕਹਿੰਦੇ ਕਿਤੇ ਪਖਾਵਜਾਂ ਵੱਜ ਰਹੀਆਂ ਨੇ, ਕਿਤੇ ਜੋੜੀਆਂ ਵੱਜ ਰਹੀਆਂ ਨੇ, ਕਿਤੇ ਤਾਨਪੂਰੇ ਵੱਜ ਰਹੇ ਨੇ, ਕਿਤੇ ਰਬਾਬਾਂ ਵੱਜ ਰਹੀਆਂ ਨੇ, ਕਿਤੇ ਸਰੰਦੇ ਵੱਜ ਰਹੇ ਨੇ, ਤੇ ਕਿਤੇ ਤਾਊਸ ਵੱਜ ਰਹੇ ਨੇ। ਹਾਂਜੀ, ਗਾਵਤ ਚਾਵ ਕਲਾਵਤ ਰੂ। ਬੜੇ ਕਲਾਕਾਰ ਜਿਹੜੇ ਗੁਰਬਾਣੀ ਦੀ ਕਲਾ ਨੂੰ ਜਾਣਦੇ ਨੇ, ਰਾਗ ਵਿਦਿਆ ਨੂੰ ਜਾਣਦੇ ਨੇ, ਉਹ ਗੁਣੀ ਬੰਦੇ ਕੀਰਤਨ ਕਰ ਰਹੇ ਨੇ, ਗਾ ਰਹੇ ਨੇ। ਬੀਹਦ ਮਾਮੈ ਬਾਜਤ ਸੁਤਰੀ। ਤੇ ਵੱਡੇ ਨਗਾਰੇ ਨਗਾਰਚੀਆਂ ਨੇ ਵਜਾ ਦਿੱਤੇ ਨੇ। ਸ਼ੁਤਰੀ ਨਗਾਰੇ, ਸ਼ੁਤਰੀ ਕਹਿੰਦੇ ਨੇ, ਸ਼ੁਤਰ ਊਠ ਨੂੰ ਕਹਿੰਦੇ ਨੇ। ਜਿਹੜਾ ਊਠ ਤੇ ਰੱਖ ਕੇ ਨਗਾਰਾ ਵਜਾਇਆ ਜਾਂਦਾ ਉਹ ਬਹੁਤ ਵੱਡਾ ਹੁੰਦਾ, ਉਹਨੂੰ ਸ਼ੁਤਰੀ ਨਗਾਰਾ ਕਹਿੰਦੇ ਨੇ। ਧੁਨ ਉੱਚੀ ਪੈ ਸ਼ੋਭਤ ਸੁਥਰੀ। ਕਹਿੰਦੇ ਬੜੀ ਉੱਚੀ ਧੁਨ ਦੇ ਨਾਲ ਸੁਥਰੀ ਆਵਾਜ਼ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵਾਜੇ ਵੱਜ ਰਹੇ ਨੇ। ਜਨ ਮੰਗਲ ਕਾ ਸੰਗਲ ਡਾਰਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਵੀ ਜੀ ਕੀ ਕਹਿੰਦੇ ਆ? ਕਹਿੰਦੇ ਮੈਨੂੰ ਇੰਝ ਲੱਗਦਾ ਕਿ ਖੁਸ਼ੀਆਂ ਨੂੰ ਸੰਗਲ ਪਾ ਕੇ ਬੰਨ ਲਿਆ, ਵੀ ਖੁਸ਼ੀਆਂ ਕਿਤੇ ਹੋਰ ਦੌੜ ਨਾ ਜਾਣ, ਅੱਜ ਇੱਥੇ ਹੀ ਰਹਿਣ। ਆਹਾ, ਇਹ ਕਵੀ ਸੰਤੋਖ ਸਿੰਘ ਜੀ ਦੀ ਜਨ ਮੰਗਲ ਕਹਿ ਸੰਗਲ ਡਾਰਾ। ਸੰਗਲ ਤਾਂ ਸਮਝਦੇ ਹੋ ਨਾ, ਸੰਗਲ ਪਾ ਕੇ ਆਪਾਂ ਬੰਨ ਲੈਂਦੇ ਆ ਵੀ ਜਾਣਾ ਨਹੀਂ ਅੱਜ। ਜਿਹੜਾ ਬਹੁਤਾ ਮਿੱਤਰ ਸੱਜਣ ਹੋਵੇ, ਰਿਸ਼ਤੇ ਨਾਤੇ ਨੂੰ ਬਹੁਤ ਪਿਆਰਾ ਹੋਵੇ, ਆਪਣੇ ਘਰ ਕੋਈ ਫੰਕਸ਼ਨ ਹੋਵੇ, ਉਹ ਆਇਆ ਹੋਵੇ ਤੇ ਉਹ ਆਖੇ ਮੈਂ ਸੌਰੀ ਮੈਨੂੰ ਜਾਣਾ, ਆਪਾਂ ਕਹਿੰਦੇ ਆ ਅੱਜ ਨਹੀਂ ਜਾਣਾ, ਅੱਜ ਤੇ ਇੱਥੇ ਹੀ ਰਹਿਣਾ, ਭਾਵੇਂ ਤੈਨੂੰ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੈ, ਪਰ ਸਾਡਾ ਪ੍ਰੋਗਰਾਮ ਵੇਖ ਕੇ ਜਾਣਾ। ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਦਾ ਵਿਆਹ ਹੋਣਾ, ਉਹਨਾਂ ਦੇ ਸ਼ਗਨ ਪੈ ਰਹੇ ਨੇ, ਤੇ ਅੱਜ ਸਾਰੀਆਂ ਦੁਨੀਆ ਦੀਆਂ ਖੁਸ਼ੀਆਂ, ਮੰਗਲਮਈ ਮਾਹੌਲ ਐਸਾ ਬਣ ਗਿਆ ਅਨੰਦਪੁਰ ਸਾਹਿਬ, ਬਈ ਉਹ ਮਾਨੋ ਵੀ ਮੰਗਲ ਨੂੰ ਸੰਗਲ ਪਾ ਲਿਆ ਵੀ ਤੂੰ ਅੱਜ ਇੱਥੇ ਹੀ ਨਹੀਂ, ਅੱਜ 10ਵੇਂ ਪਾਤਸ਼ਾਹ ਦੇ ਸ਼ਗਨਾਂ ਦਾ ਪ੍ਰੋਗਰਾਮ ਵੇਖ ਕੇ ਜਾਈ। ਹਾਂਜੀ, ਫਿਰ ਰਹੋ ਘਿਰ ਜਿਨ ਤਜ ਤਿਨ ਦੁਆਰਾ। ਕਹਿੰਦੇ ਖੁਸ਼ੀ ਨੂੰ ਕਹਿ ਦਿੱਤਾ ਵੀ ਹੈ ਖੁਸ਼ੀ, ਅੱਜ ਗੁਰੂ ਗੋਬਿੰਦ ਸਿੰਘ ਦਾ ਬੂਹਾ ਛੱਡ ਕੇ ਹੋਰ ਨਾ ਕਿਤੇ ਤੁਰ ਜਾਈ, ਇੱਥੇ ਟਿਕੀ ਰਹਿ ਤੂੰ ਵੇਖ ਅੱਜ ਨਜ਼ਾਰੇ। ਖੁਸ਼ੀਆਂ ਵੀ ਉੱਥੇ ਇਸ ਖੁਸ਼ੀ ਨੂੰ ਵੇਖਣ ਆਈਆਂ ਨੇ। ਹਾਂਜੀ, ਚਮਰ ਚਾਰ ਚਾਲਿਤ ਦਿਸ਼ ਦੌਨ। 10ਵੇਂ ਪਾਤਸ਼ਾਹ ਚੌਂਕੀ ਤੇ ਬੈਠੇ ਨੇ, ਇੱਕ ਚੌਰ ਬਰਦਾਰ ਇਧਰ ਖੜਾ ਚੌਰ ਕਰ ਰਿਹਾ, ਇੱਕ ਸੱਜੇ ਪਾਸੇ ਚੌਰ ਕਰ ਰਿਹਾ, ਦੋ ਚੌਰ ਬਰਦਾਰ ਸੀਸ ਤੇ ਚੌਰ ਝੁਲਾ ਰਹੇ ਨੇ। ਮਨਹੂ ਮਰਾਲ ਉਡਤ ਹੋਏ ਆਉਣ। ਮਾਨੋ ਇੰਝ ਲੱਗਦਾ, ਕਵੀ ਜੀ ਇੱਕ ਤੋਂ ਇੱਕ ਵਧੀਆ ਉਪਮਾ ਦਿੰਦੇ ਨੇ। ਕਹਿੰਦੇ ਮੈਨੂੰ ਇੰਝ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਮਾਨ ਸਰੋਵਰ ਹੈ, ਗੁਰੂ ਗੋਬਿੰਦ ਸਿੰਘ ਮਾਨ ਸਰੋਵਰ ਹੈ, ਤੇ ਉਹਦੇ ਸੀਸ ਤੇ ਉੱਡਣ ਵਾਲੇ ਹੰਸ ਦੋ ਚਿੱਟੇ ਰੰਗ ਦੇ, ਉਹ ਜਿਹੜੇ ਚੌਰ ਦੇ ਚਿੱਟੇ ਕੇਸ ਹੁੰਦੇ ਨਾ, ਕਹਿੰਦੇ ਚਿੱਟੇ ਚੌਰ ਦੇ ਕੇਸ ਇੰਝ ਨੇ ਜਿਵੇਂ ਦੋ ਹੰਸ ਉਡਾਰੀਆਂ ਮਾਰ ਕੇ ਕਦੀ ਇੱਧਰ ਬਹਿ ਜਾਂਦੇ ਹੋਣ ਤੇ ਕਦੀ ਮਾਨ ਸਰੋਵਰ ਦੇ ਇੱਧਰ ਬਹਿ ਜਾਂਦੇ ਹੋਣ। ਹਾਂਜੀ, ਦਇਆ ਰਾਮ ਪ੍ਰੋਹਤ ਉਠ ਤਬੈ। ਉਸ ਵੇਲੇ ਗੁਰੂ ਘਰ ਦੇ ਪੰਡਤ ਪ੍ਰੋਹਤ ਦਇਆ ਰਾਮ ਜੀ ਉੱਠੇ ਹਨ। ਕੀਨੇ ਨੇਗ ਜਥੋ ਚਿਤ ਸਭੈ। ਉਹਨਾਂ ਨੇ ਗੁਰੂ ਘਰ ਦੀਆਂ ਜਿੰਨੀਆਂ ਵੀ ਮਰਜ਼ਾਦਾ ਸਨ, ਸੋਢੀ ਕੁਲ ਦੀਆਂ, ਗੁਰੂ ਘਰ ਦੀ ਪਰੰਪਰਾ ਉਹਦੇ ਮੁਤਾਬਕ ਸਾਰੀ ਪੂਜਾ ਪਾਠ ਕੀਤੀ ਹੈ। ਮੇਵੇ ਗਨ ਮੋਦਕ ਬਹੁ ਧਰੇ। ਬਹੁਤ ਸਾਰੇ ਲੱਡੂ
टोकरे भर भर के रखे हुए ने, मेवे विच छुहारे ने, मिश्री है, बादाम हन, काजू हन, खुरमानियां हन, विच ही ठूठियां हन जिन्हों आपां खोपा कहने, खारक कहने, इदां दियां बहुत बहुत सोहणियां वस्तुआं दे टोकरे भर भर के उत्ते बड़े सोहणे रंगदार वस्त्र पा के श्रृंगार के रखे हुए सगना का समान लाहौर तो आया है। आयस पाए वृतावन करे। महाराज 10वें पातशाह दे माता गुजरी तो आग्या लैके पंडित दयाराम जी ने वो सारी समग्री संगत च वरताई है भी आज जिन्नी संगत आए सारे महाराज 10वें पातशाह दे सगना का प्रसाद छको। बृंद मसंद संगतां दास। बेअंत मसंद गुरु दियां संगतां गुरु दे सेवक। गाए नागरी ब्याह विलास। ते इस्त्रियां ब्याह दे गीत गांदियां ने। सब हिन मह बरतावन कीन। जेड़े गाण वाले वजाण वाले ब्याह विच आउण वाले सब नूं वरताया। इन्ना कुछ छकाया भी छक छक के बस हो गई है, अजे होर वरतारा मिली जाता भी छको ये कलगियां वाले दियां खुशियां हन। सेवा मोदक बृंदन लीना। कहते गुरु के प्यारिਆਂ ने मेवे छके ने, किसी ने खोपा छकिया, किसी ने छुहारे खाधे ने, किसी ने हिस्से मिश्री, किसी नूं साध संगत जी बादाम, किसी नूं काजूआं दे गप्फे मिल रहे ने, छक रहे ने, लड्डू भी छक रहे ने, वधिया वधिया पकवान छक रहे ने। मातुल गुरु कृपाल आनंदा। श्री गुरु गोबिंद सिंह दा मामा कृपाल चंद बड़ा खुश है, अपने भाणजे दे विआह विच भज्जिया ही फिरदा है, सारियां गल्लां जिम्मेवारी ओहदे सिर है, क्योंकि मामा कृपाल चंद ही गुरु तेग बहादुर साहब तो बाद गुरु घर च सब तो नेड़े दा मुखिया सीगा, सारी जिम्मेवारी उन्हां दी बनदी सी। तो मामा कृपाल चंद बड़ा खुश है। गनजा चक दे दरब बिलंदा। मामा कृपाल चंद जिन्ने भी मंगते गरीब लोग आए ने उन्हां नूं अपने खजाने विचों गुरु दे खजाने चों खुला दान दे रहा है। ते दान भी इन्ना देना भी अगला दोबारा मंगण जोगा ना रहे, भुख मिट जावे ओदी। कहंदे दान दईए रजा के। सियाणियां ने महापुरुषां ने कई गल्लां बड़ियां सब सिंपल ढंग नाल समझाइयां ने। जे दान देना तो अगला रज के पेट दे भर लवे। दान दईए रजा के, कहंदे दान दईए घर जाके। उन्होंने पता ना लगे भी मैनू मंगना पिया, बिना मंगिया उन्होंने दवे। दान दईए घर जाके। ते तीजी गल है कहते दान दईए लुका के, पता भी ना लगे भी दान दिता। ये मेरे कलगियां वाले दियां वडियाइयां ने दान इन्ना दिता गरीबां नूं कि माला माल कर दिते ने। लेदिज आदिक मंगत कने। मंगते जिन्ने भी आए सन, गरीब लोग आए सन, ब्राह्मण आए सन, सारे दान लेके। श्री सतगुर को आशिक पने। गुरु कलगीधर जी महाराज दी लंबी उम्र होवे। 10वें पातशाह तू जुगा तक जीवें, मेरे पातशाह तेनू सारियां ही खुशियां मिलन। इदां गरीब लोग असीसां दिंदे जा रहे ने। रंगीव सोडी कुल टीका। सब दे मुंह तो आशीर्वाद निकली है। सोडी कुल दे तिलक, सोडी कुल भान। श्री गुरु गोबिंद सिंह साहिब जी महाराज जुगां तक जिउंदे रहन, उन्हां दा प्रताप चंद सूरज तो भी ज्यादा होवे। गुरगादी मालिक उशनीका। ये गुरगद्दी दे मालिक गुरु नानक दी 10वीं जोत 10वां जामा सदा ही इन्हां दा प्रताप बनिया रवे। तेग बहादुर गुरु सपूत। धन गुरु तेग बहादुर साहब दे सपुत्र, गुरु हरगोबिंद साहब दे पोतरे, गुरु अर्जन देव जी दे पड़ पोतरे, गुरु रामदास जी दे नाती श्री गुरु गोबिंद सिंह दी सदा ही जय होवे। इस तरह गांदे हन, इस तरह बोलते हन। जो जग भोग भुगत अवतूत। जेड़े गुरु तेग बहादुर साहब जी इस दुनिया विच सारा कुछ भोगदिया होया भी अभोगी रहे हन। आखो सतनाम श्री वाहिगुरू। गृहस्थ विच रह के उदास बिरती जे बिख्या सगली तजी, लियो भेख बैराग कहो नानक सुन रे मना ते नाल माथै भाग। उन्हां दे पुत्र गुरु गोबिंद सिंह जी
ਉਹ ਕੀ ਕਹਿੰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ। ਕਹਿੰਦੇ ਐਦਾਂ ਦਾ ਸੰਨਿਆਸੀ ਬਣੀ ਘਰ ਦੇ ਵਿੱਚ ਰਹਿੰਦੇ ਹੀ ਉਦਾਸ ਹੋ ਜਾਈ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ। ਬਨ ਮੈਨੇ ਜੰਗਲ ਤੇ ਸਦਨ ਮੈਨੇ ਘਰ। ਕਹਿੰਦੇ ਘਰ ਨੂੰ ਜੰਗਲ ਵਰਗਾ ਹੀ ਸਮਝ ਲੈ, ਜੰਗਲ ਜਾਣ ਦੀ ਕੀ ਲੋੜ ਹੈ, ਘਰ 'ਚ ਹੀ ਜੰਗਲ ਬਣਾ ਲੈ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ। ਮਨ ਹੀ ਮੈਂ ਉਦਾਸਾ, ਮਨ 'ਚ ਹੀ ਉਦਾਸ ਰਹਿਣਾ। ਤੇ ਜੇ ਸਾਧ ਸੰਗਤ ਜੀ ਅਸੀਂ ਗ੍ਰਸਤੀ ਹਾਂ, ਸਾਡੇ ਤੇ ਬੱਚੇ ਨੂੰ ਬੁਖਾਰ ਹੋ ਜਾਏ ਤੇ ਸਾਨੂੰ ਫਿਕਰ ਪੈ ਜਾਂਦਾ। ਉਹਨਾਂ ਦੇ ਸਾਹਮਣੇ ਸ਼ਹੀਦੀਆਂ ਪਾ ਕੇ ਉਹਨਾਂ ਨੇ ਤੇਰਾ ਸ਼ੁਕਰ ਕਹਿ ਕੇ ਭਾਣਾ ਮੰਨ ਲਿਆ। ਬੋਲੇ ਸੋਨਿਹਾਲ। ਇਹ ਬ੍ਰਹਮ ਗਿਆਨੀ ਦੀ ਅਵਸਥਾ ਇੱਥੇ ਕਵੀ ਜੀ ਲਿਖ ਰਹੇ ਨੇ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੇ ਜਗ ਭੋਗ ਭੁਗਤ ਅਵਧੂਤ, ਦੁਨੀਆ ਦੇ ਭੋਗ ਭੋਗਦਿਆਂ ਹੋਇਆ ਰਾਜੇ ਜੋਗੀ ਬਣ ਕੇ ਰਹੇ ਹਨ। ਰਾਜੇ ਵੀ ਸੀ ਤੇ ਜੋਗੀ ਵੀ ਸੀ। ਕਲਗੀਆਂ ਵੀ ਲੱਗੀਆਂ ਨੇ, ਸੋਨੇ ਦੇ ਮਹਿਲਾਂ ਵਿੱਚ ਵੀ ਨਿਵਾਸ ਕੀਤਾ ਹੈ, ਸੋਨੇ ਦੇ ਪਲੰਘਾਂ ਤੇ ਵੀ ਸੁੱਤੇ ਨੇ, ਕੀਮਤੀ ਘੋੜਿਆਂ ਤੇ ਹਾਥੀਆਂ ਦੀ ਸਵਾਰੀਆਂ ਕੀਤੀਆਂ ਨੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਇੱਕ ਟਾਈਮ 52 ਲੱਖ ਦਾ ਸ਼ਿੰਗਾਰ ਹੁੰਦਾ ਸੀ ਘੋੜੇ ਸਮੇਤ, ਕਲਗੀਆਂ ਦਾ, ਸ਼ਸਤਰਾਂ ਦਾ, ਬਸਤਰਾਂ ਦਾ। ਬਾਦਸ਼ਾਹ ਦੀ ਕਿਆ ਸੋਭਾ। ਉਹ ਰੰਗਜੇਬ ਤੇ ਉਹਨਾਂ ਦੇ ਸਾਹਮਣੇ ਬਚੂੰਗੜਾ ਜਿਹਾ ਲੱਗਦਾ ਸੀ। ਹਾਂ, ਉਹ ਦਸਵੇਂ ਪਾਤਸ਼ਾਹ ਮਹਾਰਾਜ ਪਾਤਸ਼ਾਹ ਦੇ ਪਾਤਸ਼ਾਹ, ਤੇ ਉਹਨਾਂ ਦਾ ਇੰਨਾ ਤਿਆਗ, ਜਦੋਂ ਤਿਆਗਣ ਦੇ ਆਏ ਸਾਰਾ ਕੁਝ ਛੱਡ ਕੇ ਮਾਛੀਵਾੜੇ ਦੇ ਜੰਗਲਾਂ 'ਚ ਜਾ ਪਏ। ਤਿਆਗ ਕਰਨਾ ਬੜਾ ਔਖਾ ਹੈ। ਰਾਜਾ ਬਣਨਾ, ਰਾਜੇ ਤਾਂ ਬੜੇ ਹੋਣਗੇ, ਪਰ ਰਾਜਾ ਹੋ ਕੇ ਤਿਆਗੀ ਬਣ ਜਾਵੇ, ਉਹ ਦਸਵੇਂ ਪਾਤਸ਼ਾਹੀ ਹੈ। ਕਹਿੰਦੇ ਜਿਹੜਾ ਸੰਸਾਰ ਦੇ ਸਾਰੇ ਭੋਗ ਭੋਗਦਾ ਹੋਇਆ ਵੀ ਅਵਧੂਤ ਹੈ, ਉਹ ਮੇਰਾ ਬਾਜਾਂ ਵਾਲਾ ਹੈ। ਅੱਜ ਉਹਦੇ ਵਿਆਹ ਦੀ, ਅੱਜ ਉਹਦੇ ਸਗਨਾਂ ਦੀ ਤਿਆਰੀਆਂ ਹੋ ਰਹੀਆਂ ਨੇ, ਉਹਦੇ ਸਗਨ ਪੈ ਰਹੇ ਨੇ। ਅਤ ਉਦਾਰ ਜਸ ਚੰਦ ਚੜਾਇਆ। ਐਨੇ ਦਾਨੀ, ਐਨਾ ਖੁੱਲਾ ਦਾਨ ਦਿੱਤਾ ਗਰੀਬਾਂ ਨੂੰ। ਕਹਿੰਦੇ ਉਹਨਾਂ ਦੇ ਜਸ ਦਾ ਚੰਨ ਚੜ ਗਿਆ। ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਨ ਚੜ੍ਹਦਾ ਨਾ ਅਸਮਾਨ ਵਿੱਚ, ਉਹਨੂੰ ਕੋਈ ਲੁਕਾਉਣ ਦੀ ਕੋਸ਼ਿਸ਼ ਕਰੇ ਉਹ ਲੁਕ ਨਹੀਂ ਸਕਦਾ। ਚੜਿਆ ਚੰਦ ਨਾ ਲੁਕਈ। ਭਾਈ ਗੁਰਦਾਸ ਨੇ ਆਪਣੀ ਵਾਰਾਂ 'ਚ ਲਿਖਿਆ, ਚੰਨ ਚੜਿਆ ਅਸਮਾਨ 'ਚ ਕੋਈ ਛੁਪਦਾ। ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਜਸ ਕਿਸੇ ਕੋਲੋਂ ਛੁਪਾਇਆ ਜਾਏਗਾ? ਜਿੰਨਾ ਚਿਰ ਧਰਤੀ ਚੰਦ ਸੂਰਜ ਅਸਮਾਨ ਇਹ ਸ੍ਰਿਸ਼ਟੀ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਨੂੰ ਕੋਈ ਨੀਵਾਂ ਨਹੀਂ ਕਰ ਸਕਦਾ। ਕਰਨ ਦੀ ਕੋਸ਼ਿਸ਼ਾਂ ਬੜੀਆਂ ਕਰਦੇ ਆ। ਬੜਾ ਮਹਾਰਾਜ ਦੀ ਬਾਣੀ ਬਾਰੇ ਵੀ, ਬਾਣੇ ਬਾਰੇ ਵੀ, ਉਹਨਾਂ ਦੇ ਸਿੱਖਾਂ ਬਾਰੇ ਵੀ, ਉਹਨਾਂ ਦੀ ਮਰਜ਼ਾਦਾ ਬਾਰੇ ਵੀ ਕਿੰਤੂ ਪ੍ਰੰਤੂ ਕਰਦੇ ਆ। ਪਰ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਸਵਾਏ ਜੁੱਤੀਆਂ ਤੋਂ ਹੋਰ ਕੁਝ ਨਹੀਂ ਮਿਲਦਾ। ਛਿੱਤਰ ਹੀ ਪੈਂਦੇ ਜਦੋਂ ਵੇਖੋ। ਗੁਰੂ ਗੋਬਿੰਦ ਸਿੰਘ ਦੀ ਸੋਭਾ ਤੇ ਦਿਨੋਂ ਦਿਨ ਦੁੱਗਣੀ ਛੱਗਣੀ ਹੁੰਦੀ ਹੈ। ਮੇਰੇ ਸਤਿਗੁਰੂ ਦੀ ਵਡਿਆਈ ਤਾਂ ਵੱਧਦੀ ਜਾਂਦੀ, ਜਿੰਨੀ ਨਿੰਦਾ ਕਰਦੇ ਉਨੀ ਵਡਿਆਈ ਵੱਧਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ। ਹਾਂਜੀ, ਹਿੰਦ ਧਰਮ ਕੋ ਰਾਖਣ ਆਇਓ। ਹਿੰਦੂ ਧਰਮ ਕੋ ਰਾਖਣ ਆਇਓ। ਹਿੰਦੂ ਧਰਮ ਨੂੰ ਬਚਾਉਣ ਆਏ ਨੇ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ ਤਾਂ ਕੀ ਹੋਣਾ ਸੀ? ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲ ਤਾਕਤੇ ਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇवी देव देहो रे संतोख सिंह दूर होते, रीत मिट जाति कथा भेदन पुराण की, श्री गुरु गोबिंद सिंह पावन परम सूर, मूरत न होती जो पर करुणा निधान की। जे करुणा निधान पातशाह अवतार ना धार दे तो इत्थे कोई हिंदू बोधी जैनी कोई धर्म नजर नहीं सी आना। एक इस्लाम इस्लाम ही कहता सी औरंगजेब, कहता पहला मैं सारा हिंदुस्तान मुसलमान बनावांगा, फिर मैं चाइना रशिया यूरोप उन्हां मुल्कां दे जावांगा, फिर उन्हां दा धर्म बदलांगा, जिथों सूरज चढ़दा जिथे छिपदा एक इस्लाम ही होवेगा, दूजा नहीं रहन देंगा। गुरु तेग बहादुर साहब कहते तेरी गल सुन ली है, हुण साडी भी सुन ला। नौवें पातशाह
कहता महाराज मैं चाहुंदा भी हिंदू ते मुसलमान दो धर्म ने, आपस च लड़ी जाते हैं ते लड़ाई खत्म करा दईए। महाराज कहते किवें करानी है? कहता सारे मुसलमान बन जाओ, लड़ाई खत्म हो जाएगी। महाराज कहते पहली गल तो झूठ है, सिया भी मुसलमान ने ते सुन्नी भी मुसलमान ने, लड़ाई खत्म हुई तुहाडी? नहीं हुई। कहते अब होर सुन, इंज कर 5 मन कालियां मिर्चां मंगा, फिर तेन दसांगे। उन्हें मंगा लिया। महाराज कहते अग ला दिओ, अग लाती, 5 मन मिर्चां साड़ियां। कहते इन्होंने मसल दो हत्थां नाल, इदां सुआह बना दिओ, बनाती। कपड़े छाण दिओ, छाणती। कहते किन्ने दाने बचे ने? वो नौकर कहते जी 3 दाने बचे ने, 3 नूं सेक नहीं लगा। कहते 5 मन सड़ गईयां, 3 भी सड़ सकदियां सी। महाराज कहते रंग जे भी तेरे सवाल का जवाब है। कहता मैनू नहीं समझ आया। महाराज कहते तेरी समझ ही इन्नी है, समझ ही नहीं, करिए कि पर समझ रहा है तू 2 तो 1 करना चाहना है, 2 तो 1 करना चाहना है। वो परमेश्वर 2 तो 3 बनाने लगा, तीसरा भी आ रहा पंथ। कहते बोले सो निहाल। दो पंथ में कपट विद्या चलानी, बहुर तीसरा पंथ की जय प्रधानी। जगह सिंह जोधे धरै नील भेसा, तीसरा बहुर करो खालसा पंथ तीसर प्रवेशा। करो खालसा पंथ तीसर प्रवेशा, जगह सिंह जोधे धरै नील भेसा। कहते है तीजा पंथ चलेगा, तू तो कहना 2 तो 1 करें, इसे तीजा चला देंगे। ते ये गुरु गोबिंद सिंह पातशाह ऐसी कला वरताती, वो जड़ियां सदियां तो मुगलों दी जड़ा कोई हिला नहीं सी सकिया, खारे समुंदर सुट दियां पट के, पता ही नहीं लगा किथे गए, किथे वो ताकतां, किथे वो हुकूमतां, किथे वो रंगजेब, कुछ नहीं बचा। फूक मार के उड़ाता महाराज सच्चे पातशाह। कहते लंक लूट लियाऊं, पलंक पेश खाना चलाऊं, नर्द गर्द मैं मिलाऊं, जो माते अभिमान के। जेड़े हंकार च मसते हुए ना, मैं मिट्टी च मिला देंगा। कहते लंक लूट लियाऊं, पलंक पेश खाना चलाऊं, नर्द गर्द में मिलाऊं, जो माते अभिमान के। रूम नौबत बजाऊं, शाम मोहरा चलाऊं। रूम देश विच शाम देश मेरा सिक्का चलेगा। शाम रूम नौबत बजाऊं, शाम मोहरा चलाऊं, पातशाही ला कराऊं, तख्त साचे सहबान के। ना आप लड़ूं ना फौज लड़ाऊं, भट बीर सेती बांध मंगाऊं। ऐदा बन के मंगा लांगा। कहते भट बीर सेती बांध मंगाऊं, ना छाडू खलक ना छाडू बल्क, पर्वत काटू ईरान खुरासान के। मेरो नाम गुरु गोबिंद सिंह सोढ़ी राय, अस खिलौना मैं तेगा ना खेड़दा। तलवारा मेरे असबे ने शस्त्र, असबे ने कट्टण वाली शक्ति, मेरे खिलौने शस्त्र ने। चंद गुजरी दा बेपरवाह, तेगा तीरा नाल खेड़दा। महाराज ने कोई होर गुल्ली डंडे थोड़ा खेडे है, महाराज शस्त्रां नाल खेडे है। कहते अस खिलौना मैं शस्त्रां दा खिडारी हाँ। मेरो नाम गुरु गोबिंद सिंह सोढ़ी राय, अस खिलौना सब खलकत राज साज, बांध मंगाऊं गोशे कमान के। ये गुरु गोबिंद सिंह साहब महाराज 10वें पातशाह। हाँ जी। सुन प्रसन्न गुजरी मन होई, माता गुजरी सच्चे पातशाह कलगीधर दा जस सुन के दुनिया के मुंह तो वाह वाह हो रही, धन धन हो रही, जय जयकार हो रही, सुन के खुश हुई है। बेत भई जाचे जे कोई, जो भी कोई मंगदा माता दान दई जाती है। सुत पर करे वार ने घने, अपने पुत्र दे सिर तो वार वार के दिंदी है। हेरत हृदय प्रेम के सने, और प्यार मन विच मां दे, ममता मां दी, प्यार मां दा अपने पुत्र तो वार वार के सुटती है। लौकिक वैदिक रीत करा, लौकिक वैदिक जो भी रीति रिवाज मर्यादा है समाज दी, पुन ग्रह गमने गुर गोसाई। फिर सतगुरु जी अंदर अपने महलों च चले गए हैं उठ के। तैयारी सगरी वस्तु करे, सब चीज़ों की तैयारी हो रही है। घृत मिष्टान आन गुण धरे, विआह तो पहला सारा समान इकट्ठा कर रहे ने। घ्यो इकट्ठा करना पैंदा सी, ये तो अपने पिंडां च असीं आप देखा। हुण तां बाजारों जाके आपां इकट्ठा खरीद लैंदे ना घ्यो,
ਆ 20 ਸਾਲ 30 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ 'ਚ 40 ਸਾਲ ਪਹਿਲਾਂ ਕਿਸੇ ਘਰੋਂ 2 ਕਿਲੋ ਕਿਸੇ 4 ਕਿਲੋ ਮਾਈਆਂ ਨੇ ਘਿਓ ਜੋੜ ਕੇ ਰੱਖਿਆ ਹੁੰਦਾ ਸੀ, ਇਕੱਠਾ ਕਰਦੇ ਸੀ। ਤੇ ਗੁੜ ਮਿੱਠਾ ਸ਼ੱਕਰ ਇਕੱਠਾ ਕਰਨਾ। ਹੁਣ ਤਾਂ ਸਾਰਾ ਕੁਝ ਸਿਸਟਮ ਬਦਲ ਗਿਆ ਨਾ ਸਮਾਜ ਦਾ। ਵਿਆਹ ਤੇ ਬਿਸਤਰੇ ਇਕੱਠੇ ਕਰਨੇ, ਮੰਜੇ ਇਕੱਠੇ ਕਰਨੇ, ਸਮਾਨ ਇਕੱਠਾ ਕਰਨਾ, ਇਹ ਸਾਡਾ ਕਲਚਰ ਸੀ, ਸਮਾਜ ਦਾ ਹੁੰਦਾ ਸੀਗਾ। ਕਹਿੰਦੇ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਤਾਂ ਫਿਰ ਲੱਖਾਂ ਦਾ ਖਰਚਾ ਹੋਣਾ ਸੀ, ਉੱਥੇ ਦਾ ਹਜ਼ਾਰਾਂ ਸੰਗਤਾਂ ਲੱਖਾਂ ਸੰਗਤਾਂ ਆਉਣੀਆਂ ਸੀ। ਇਸ ਕਰਕੇ ਬੜਾ ਘਿਓ ਆਟਾ ਦਾਲਾਂ ਸਬਜ਼ੀਆਂ ਦੇ ਪਦਾਰਥ ਜਿੰਨੇ ਵੀ ਬਣਨੇ ਨੇ ਪਕਵਾਨ ਉਹ ਸਮਾਨ ਮੰਗਵਾਇਆ ਗਿਆ ਹੈ। ਦੇ ਧਨ ਵਿਪਰ ਵਿਸਰਜਨ ਕੀਨ। ਤੇ ਜਿਹੜੇ ਪੰਡਿਤ ਜੀ ਲਾਹੌਰ ਤੋਂ ਆਏ ਸੀ ਲਾਗ ਲੈ ਕੇ ਸਗਨ ਲੈ ਕੇ, ਉਹਨਾਂ ਨੂੰ ਵੀ ਮਾਤਾ ਗੁਜਰੀ ਜੀ ਨੇ ਬਹੁਤ ਮਾਇਆ ਬਸਤਰ ਗਹਿਣੇ ਸਨਮਾਨ ਦੇ ਕੇ ਤੋਰਿਆ ਹੈ। ਉਚਿਤ ਵਸਤ ਸਗਲੀ ਪਠ ਦੀਨ। ਔਰ ਆਪਣੀ ਨੂੰਹ ਵਾਸਤੇ ਵੀ ਜੋ ਜੋ ਚੀਜ਼ਾਂ ਭੇਜਣੀਆਂ ਹੁੰਦੀਆਂ ਨੇ ਸਗਨ ਵਿੱਚ, ਮਾਤਾ ਜੀਤੋ ਵਾਸਤੇ ਪਿਆਰ ਭੇਜਿਆ ਹੈ। ਬੇਦੀ ਬ੍ਰਿੰਦ ਬੁਲਾਏ ਪਠਾਏ। ਫਿਰ ਸਾਧ ਸੰਗਤ ਜੀ ਹੁਣ ਮੇਲ ਇਕੱਠਾ ਕੀਤਾ। ਵਿਆਹ ਤੋਂ ਪਹਿਲਾਂ ਆਪਾਂ ਅੱਜ ਕੱਲ੍ਹ ਕਾਰਡ ਛਾਪਦੇ ਆ, ਪਹਿਲਾਂ ਕਾਰਡ ਨਹੀਂ ਸੀ ਹੁੰਦੇ, ਬੰਦਾ ਭੇਜਣਾ ਪੈਂਦਾ ਸੀ। ਹੱਥ ਨਾਲ ਚਿੱਠੀ ਲਿਖ ਦਿੰਦੇ ਸੀ, ਨਾਲ ਮਠਿਆਈਆਂ ਦੇ ਟੋਕਰੇ ਭਰ ਕੇ ਦਿੰਦੇ ਸੀ। ਹੁਣ ਤੇ ਡੱਬੇ ਦਿੰਦੇ ਆ, ਪਹਿਲਾਂ ਟੋਕਰੇ ਦਿੰਦੇ ਸੀ। ਫਿਰ ਨਾਲ ਬੁਲਾਉਣ ਵਾਸਤੇ ਜਾਂ ਨਾਈ ਜਾਂਦਾ ਸੀ ਜਾਂ ਪੰਡਿਤ ਜਾਂਦੇ ਸੀ। ਉਹ ਜਾ ਕੇ ਫਿਰ ਉਹਨਾਂ ਨੂੰ ਬੁਲਾਉਂਦੇ ਸੀ ਮੇਲ ਨੂੰ, ਵੀ ਫਲਾਣੇ ਦਿਨ ਸਾਡੇ ਵਿਆਹ ਹੈ ਤੁਸੀਂ ਆਉਣਾ। ਤੇ 5-7 ਦਿਨ ਪਹਿਲਾਂ ਮੇਲ ਆਉਂਦਾ ਸੀ, ਫਿਰ ਬਰਾਤ ਜਾਂਦੀ ਸੀ, 10-12 ਦਿਨ ਵਿਆਹ ਤੇ ਲੱਗਦੇ ਸੀ, ਫਿਰ ਉਹ ਵਾਪਸ ਆਉਂਦੇ ਸੀ, ਫਿਰ 2 ਦਿਨ 4 ਦਿਨ ਬਾਅਦ ਉਹ ਮੇਲ ਤੋਰਿਆ ਜਾਂਦਾ ਸੀ। ਇੱਕ ਵਿਆਹ ਤੇ ਮਹੀਨਾ ਲੱਗ ਜਾਂਦਾ ਸੀ ਰਿਸ਼ਤੇਦਾਰਾਂ ਦਾ, ਇਕੱਲੇ ਘਰ ਵਾਲਿਆਂ ਦਾ ਨਹੀਂ, ਨਾਨਕਿਆਂ ਦਾ, ਦਾਦਕਿਆਂ ਦਾ, ਮਾਸੀਆਂ ਦਾ, ਚਾਚੀਆਂ ਤਾਇਆਂ ਦਾ, ਸਾਰੇ ਟੱਬਰ ਦਾ ਇਕੱਠ ਕਰਨਾ, ਮੇਲ ਕਰਨਾ, ਤੇ ਮਹੀਨੇ 'ਚ ਸਾਰੀ ਰਿਸ਼ਤੇਦਾਰੀ ਉੱਥੇ ਰਹਿੰਦੀ ਸੀ। ਹੁਣ ਸਭ ਤੋਂ ਪਹਿਲਾਂ ਕੌਣ ਬੁਲਾਇਆ ਮੇਲ ਵਿੱਚ? ਆਖੋ ਵਾਹਿਗੁਰੂ। ਕਹਿੰਦੇ ਬੇਦੀ ਬ੍ਰਿੰਦ ਬੁਲਾਏ ਪਠਾਏ। ਸਭ ਤੋਂ ਪਹਿਲਾਂ ਬੇਦੀਆਂ ਨੂੰ ਬੁਲਾਇਆ। ਬੇਦੀ ਕੌਣ ਨੇ ਭਲਾ? ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੱਚੇ, ਪੋਤਰੇ ਪੜਪੋਤਰੇ, 9ਵੀਂ ਪੀੜ੍ਹੀ ਬਾਬਾ ਕਲਾਧਾਰੀ ਜੀ। ਗੁਰੂ ਨਾਨਕ ਸਾਹਿਬ ਜੀ ਦੀ 9ਵੀਂ ਪੀੜ੍ਹੀ 'ਚ ਬਾਬਾ ਕਲਾਧਾਰੀ ਜੀ ਸਨ, ਉਹਨਾਂ ਨੂੰ ਬੁਲਾਇਆ ਹੈ। ਬੇਦੀ ਹੋਰ ਵੀ ਜਿਹੜੇ ਸਨ ਉਹਨਾਂ ਦੇ ਰਿਸ਼ਤੇਦਾਰ ਸਾਰਿਆਂ ਨੂੰ ਸੱਦਾ ਦਿੱਤਾ ਵੀ ਗੁਰੂ ਸਾਹਿਬ ਦੇ ਵਿਆਹ ਤੇ ਤੁਸੀਂ ਆਉਣਾ, ਤੁਸੀਂ ਵੱਡੇ ਗੁਰੂਆਂ ਦੇ ਬੱਚੇ ਹੋ। ਹਾਂਜੀ। ਸਹਿਤ ਭਾਰਜਾ ਸੇ ਚਲ ਆਏ। ਬੇਦੀ ਆਪਣੀਆਂ ਪਤਨੀਆਂ ਸਮੇਤ ਆਪਣੇ ਬੱਚਿਆਂ ਸਮੇਤ ਆਏ ਹਨ। ਸਭ ਤੇ ਹਨ ਢਿੱਗ ਗਇਓ ਮਸੰਦ। ਫਿਰ ਦੂਸਰਾ ਸੱਦਾ ਦਿੱਤਾ ਤਰੇਣਾ ਨੂੰ। ਤਰੇਨ ਕੌਣ ਨੇ ਭਲਾ? ਗੁਰੂ ਅੰਗਦ ਦੇਵ ਜੀ ਤਰੇਣ ਸਨ। ਗੁਰੂ ਅੰਗਦ ਦੇਵ ਜੀ ਦਾ ਗੋਤ ਤਰੇਣ ਸੀ। ਉਹਨਾਂ ਦੇ ਬੱਚੇ ਰਹਿੰਦੇ ਆ ਸ੍ਰੀ ਖੰਡੂਰ ਸਾਹਿਬ। ਖੰਡੂਰ ਸਾਹਿਬ ਤੋਂ ਮਸੰਦ ਭੇਜਿਆ ਵੀ ਜਾਓ ਉਹਨਾਂ ਨੂੰ ਸੱਦਾ ਦਿਓ ਵੀ ਆਨੰਦਪੁਰ ਸਾਹਿਬ ਵਿਆਹ ਤੇ ਜ਼ਰੂਰ ਆਉਣਾ ਹੈ। ਆਨੇ ਕਰ ਸਨਮਾਨ ਬਿਲੰਦਾ। ਤੁਸੀਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਹੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਿਆਹ ਹੈ। ਤੁਹਾਨੂੰ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਨੇ ਬੇਨਤੀ ਕਰਕੇ ਭੇਜਿਆ ਵੀ ਤੁਸੀਂ ਜ਼ਰੂਰ ਆਉਣਾ ਵਿਆਹ ਤੇ, ਸਣੇ ਪਰਿਵਾਰਾਂ ਦੇ। ਪਹਿਲਾਂ ਵੀ ਆਉਂਦੇ ਰਹੇ ਹੋ, ਜਦੋਂ ਵੀ ਕੋਈ ਵਿਆਹ ਹੁੰਦਾ ਸੀ ਉਹਨਾਂ ਦੇ ਤਾਂ ਇਹ ਜਾਂਦੇ ਸਨ, ਸੋਢੀ ਜਾਂਦੇ ਸਨ। ਜੇ ਸੋਢੀਆਂ ਦੇ ਹੁੰਦਾ ਸੀ ਤੇ ਤਰੇਣ ਆਉਂਦੇ ਸਨ। ਗੁਰੂ ਮਹਾਰਾਜ ਦਾ ਪਰਿਵਾਰ ਦਾ ਇੰਨਾ ਪਿਆਰ ਸੀ 10 ਪਾਤਸ਼ਾਹੀਆਂ ਦੇ ਪਰਿਵਾਰਾਂ ਵਿੱਚ। ਤੋ ਬੇਦੀ ਆਏ ਨੇ ਤੇ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅੰਸ ਬੰਸ ਬਾਬਾ ਵਿਨੋਦ ਸਿੰਘ ਜੀ ਜੋ ਬੁੱਢੇ ਦਲ ਦੇ ਪਹਿਲੇ ਜਥੇਦਾਰ ਹੋਏ ਨੇ। ਹਜ਼ੂਰ ਸਾਹਿਬ ਤੋਂ ਮਹਾਰਾਜ 10ਵੇਂ ਪਾਤਸ਼ਾਹ ਨੇ 5 ਸਿੰਘਾਂ ਨੂੰ ਜਥੇਦਾਰ ਥਾਪਿਆ ਸੀ। ਨਿਸ਼ਾਨਚੀ ਨਗਾਰਚੀ ਜਿਹੜੇ ਬਾਬੇ ਬੰਦੇ ਬਹਾਦਰ ਦੇ ਨਾਲ ਜਥੇਦਾਰ ਬਾਬਾ ਵਿਨੋਦ ਸਿੰਘ ਜੀ, ਉਹਨਾਂ ਨੂੰ ਸੱਦਾ ਦਿੱਤਾ ਵੀ ਤੁਸੀਂ ਪਰਿਵਾਰ ਸਮੇਤ ਆਓ। ਪੁੰਨ ਭਲਿਆਨ ਕੀ ਕੁੱਲ ਸਮੁਦਾਇ। ਫਿਰ ਸਾਧ ਸੰਗਤ ਜੀ ਭਲਿਆਂ ਦੀ ਜਿਹੜੀ ਕੁੱਲ ਹੈ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ। ਗੁਰੂ ਅਮਰਦਾਸ ਦੀ ਕੁੱਲ ਨੂੰ ਗੋਇੰਦਵਾਲ ਸਾਹਿਬ ਤੋਂ ਸੱਦਾ ਦਿੱਤਾ ਹੈ। ਸੰਗ ਭਾਰਜਾ ਲੈ ਸਭ ਆਈ। ਗੋਇੰਦਵਾਲ ਤੋਂ ਭੱਲੇ ਆਪਣੀਆਂ ਪਤਨੀਆਂ ਸਮੇਤ ਆਏ ਹਨ। ਜਥਾ ਜੋਗ ਜਹ ਚਾਰ ਨਿਕੇਤ। ਕਹਿੰਦੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਉਹਨਾਂ ਦੇ ਹੁਣ ਡੇਰੇ ਵੀ ਲਵਾਣੇ ਨੇ। ਜਿਹੜੇ ਸੋਹਣੇ ਸੋਹਣੇ ਮਕਾਨ ਬਣੇ ਸਨ, ਸੋਹਣੇ ਬੰਗਲੇ ਬਣੇ ਸਨ,
ਕਿਸੇ ਘਰ ਦੇ ਵਿੱਚ ਬੇਦੀਆਂ ਦਾ ਡੇਰਾ ਕਰਾਤਾ, ਕਿਸੇ 'ਚ ਤਰੇਣਾ ਦਾ ਕਰਾਤਾ, ਕਿਸੇ 'ਚ ਭੱਲਿਆਂ ਦਾ ਕਰਾ ਦਿੱਤਾ। ਦੇਤ ਭਏ ਤਿਨ ਬਸਬੇ ਹੇਤਾ। ਜਿੰਨੇ ਦਿਨ ਵਿਆਹ ਤੋਂ ਪਹਿਲਾਂ ਮੇਲ ਨੇ ਰਹਿਣਾ ਉਹਨਾਂ ਨੂੰ ਕਮਰੇ ਚਾਹੀਦੇ, ਵਧੀਆ ਵਧੀਆ ਕਮਰੇ ਦਿੱਤੇ ਨੇ, ਮੰਜੇ ਬਿਸਤਰੇ ਦਿੱਤੇ ਨੇ। ਨੇੜੇ ਦੂਰ ਮਸੰਦ ਬਿਲੰਦਾ। ਜਿਹੜੇ ਨੇੜੇ ਦੂਰ ਮਸੰਦ ਨੇ, ਸੰਗਤਾਂ 'ਚ ਮੁਖੀ ਨੇ। ਸੁਨ ਸੁਧ ਪਹੁੰਚੇ ਧਰਤ ਆਨੰਦਾ। ਗੁਰੂ ਸਾਹਿਬ ਦੇ ਵਿਆਹ ਦੀ 23 ਹਾੜ ਦੀ ਡੇਟ ਤੋਂ ਪਹਿਲਾਂ ਆ ਪਹੁੰਚੇ ਨੇ। ਕੀਰਤਪੁਰ ਕੇ ਗਨ ਨਰ ਨਾਰੀ। ਕੀਰਤਪੁਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤਾਇਆ ਸੂਰਜਮਲ, ਉਹਦੇ ਬੱਚੇ ਰਹਿੰਦੇ ਨੇ। ਉਹਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਈ ਖੇਮ ਕੌਰ, ਉਹ ਸਾਰੇ ਕੀਰਤਪੁਰ ਤੋਂ ਆਏ ਨੇ। ਗਹਿਰੇਪੁਰ ਆਨੰਦ ਮੁੱਦ ਧਾਰ। ਕੀਰਤਪੁਰ ਤੋਂ ਆਨੰਦਪੁਰ ਸਾਹਿਬ ਆ ਕੇ ਰੁਕੇ ਨੇ ਵਿਆਹ ਤੋਂ ਪਹਿਲਾਂ। ਭਈ ਭੀੜ ਭਾਰੀ ਪੁਰ ਵਿਖੈ। ਆਨੰਦਪੁਰ ਸਾਹਿਬ ਵਿੱਚ ਤਾਂ ਬਹੁਤ ਭੀੜ ਹੋ ਗਈ ਹੈ ਵਿਆਹ ਤੋਂ ਪਹਿਲਾਂ। ਬਿਸਮਤ ਜਨ ਲਵਪੁਰ ਨਵ ਵਿਖੈ। ਸਾਰੇ ਹੈਰਾਨ ਨੇ, ਕਹਿੰਦੇ ਇੰਨੀ ਰੌਣਕ ਤੇ ਲਾਹੌਰ 'ਚ ਨਹੀਂ ਹੁੰਦੀ ਜਿੰਨੀ ਆਨੰਦਪੁਰ 'ਚ ਹੋ ਗਈ। ਆਖੋ ਸਤਿਨਾਮ। ਹੈਰਾਨ ਨੇ, ਕਹਿੰਦੇ ਇੰਨਾ ਵੱਡਾ ਲਾਹੌਰ ਸ਼ਹਿਰ ਹੈ, ਕਹਿੰਦੇ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਇੱਥੇ ਹੀ ਲਾਹੌਰ ਬਣਾ ਦਿਆਂਗੇ। ਇਹ ਵੇਖਿਆ ਜੇ ਸਾਡਾ ਲਾਹੌਰ, ਗੁਰੂ ਕਾ ਲਾਹੌਰ। ਤੇ ਆਨੰਦਪੁਰ ਸਾਹਿਬ ਵਿੱਚ ਪਹਿਲਾਂ ਹੀ ਵਿਆਹ ਤੋਂ ਇੰਨੀਆਂ ਰੌਣਕਾਂ ਇਕੱਠੀਆਂ ਹੋ ਗਈਆਂ, ਜੇ ਵਿਆਹ ਵਾਲੇ ਦਿਨ ਕੀ ਹੋਵੇਗਾ। ਹਾਂਜੀ, ਬਨਿਓ ਬਰੋਬਰ ਬੜੋ ਬਾਜ਼ਾਰ। ਕਹਿੰਦੇ ਉੱਥੇ ਗੁਰੂ ਕੇ ਲਾਹੌਰ ਬਾਜ਼ਾਰ ਲਾਏ ਗਏ ਨੇ, ਬਰਾਬਰ ਦੁਕਾਨਾਂ ਲਾਈਆਂ ਗਈਆਂ ਨੇ। ਕੋਈ ਕੱਪੜੇ ਦੀ ਹੈ, ਕੋਈ ਕਰਿਆਨੇ ਦੀ ਹੈ, ਕੋਈ ਸੁਨਿਆਰ ਦੀ ਹੈ, ਕੋਈ ਕਿਸੇ ਤਰ੍ਹਾਂ ਦਾ ਸਮਾਨ, ਕੋਈ ਕਿਸੇ ਤਰ੍ਹਾਂ ਦਾ ਉੱਥੇ ਮਿਲ ਰਿਹਾ ਹੈ। ਅਨਿਕ ਬਨਿਕ ਠਾਨਤ ਵਿਵਹਾਰ। ਦੁਕਾਨਦਾਰ, ਬਾਣੀਏ, ਬਿਜ਼ਨਸਮੈਨ, ਵਿਹਾਰ ਕਰਨ ਵਾਲੇ ਆਪਣੀਆਂ ਆਪਣੀਆਂ ਦੁਕਾਨਾਂ, ਆਪਣਾ ਬਿਜ਼ਨਸ ਉੱਥੇ ਲੈ ਆਏ ਨੇ। ਭਾਂਤ ਭਾਂਤ ਪਕਵਾਨ ਬਣਾਏ। ਹਲਵਾਈਆਂ ਨੇ ਵੀ ਕਮਾਲ ਕੀਤੀ ਹੈ। ਕਿਤੇ ਗੁਲਾਬ ਜਾਮਣਾ ਬਣ ਰਹੀਆਂ, ਕਿਤੇ ਰਸਗੁੱਲੇ ਬਣ ਰਹੇ ਆ, ਕਿਤੇ ਘੇਵਰ ਬਣ ਰਹੇ ਆ, ਕਿਤੇ ਮਠਿਆਈਆਂ, ਕਿਤੇ ਸ਼ੱਕਰਪਾਰੇ, ਕਿਤੇ ਜਲੇਬੀਆਂ, ਕਿਤੇ ਲੱਡੂ। ਵੰਨ ਸੁਵੰਨੇ ਰੰਗ ਰੰਗ ਦੇ ਪਕਵਾਨ ਹਲਵਾਈਆਂ ਨੇ ਬਣਾਏ ਨੇ। ਧਰੇ ਦੁਕਾਨ ਲੇਤ ਕੋ ਖਾਏ। ਤੇ ਦੁਕਾਨਾਂ ਵੀ ਲੱਗੀਆਂ ਹਲਵਾਈਆਂ ਦੀਆਂ ਵੱਖਰੀਆਂ, ਗੁਰੂ ਕੇ ਵਿਆਹ ਦੀਆਂ ਮਠਿਆਈਆਂ ਵੱਖਰੀਆਂ। ਕੋਈ ਖਰੀਦ ਕੇ ਖਾਵੇ, ਕੋਈ ਲੰਗਰ ਤੇ ਛਕੇ, ਛਕਣ ਵਾਸਤੇ ਕੋਈ ਕਮੀ ਨਹੀਂ ਹੈ। ਉਤਲਵਪੁਰ ਮਹਿ ਮਿਲ ਮਿਲ ਨਾਰੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦਾ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਦੀ ਇੱਥੇ ਤਿਆਰੀ ਹੋ ਰਹੀ ਹੈ। ਉਧਰ ਮਾਤਾ ਜੀਤੋ ਦੇ ਪੇਕਿਆਂ ਦੀ ਤਿਆਰੀ ਸੁਣ ਲਓ। ਲਾਹੌਰ ਸ਼ਹਿਰ ਦੇ ਵਿੱਚ ਬਾਬਾ ਹਰਜਸ ਸੁਭੀਖੀਆ, ਉਹਨਾਂ ਨੇ ਵੀ ਤਿਆਰੀ ਕੀਤੀ ਹੈ। ਗਾਵਤ ਦੇਖ ਪਰਸ ਪਰਗਾਰੀ। ਉਹ ਬੀਬੀਆਂ ਉੱਥੇ ਗੀਤ ਗਾਉਂਦੀਆਂ ਨੇ। ਲਾਹੌਰ ਦੀਆਂ ਮਾਝੇ ਦੀਆਂ ਬੀਬੀਆਂ ਉਹ ਆਪਸ ਵਿੱਚ ਇੱਕ ਦੂਜੀ ਨੂੰ ਸਿੱਠਣੀਆਂ ਦਿੰਦੀਆਂ ਨੇ। ਪ੍ਰਮੁਦਾ ਪਾਏ ਪ੍ਰਮੋਦ ਹੈ ਨਾਚਤ। ਕਹਿੰਦੇ ਖੁਸ਼ੀ ਵਿੱਚ ਨੱਚਦੀਆਂ ਨੇ, ਗਾਉਂਦੀਆਂ ਨੇ। ਮਿਲੀ ਸੰਭੂ ਤਾਲ ਕਰ ਬਾਜਤ। ਕਹਿੰਦੇ ਢੋਲਕੀ ਵੱਜਦੀ ਹੈ, ਤਾਲ ਵੱਜਦੇ ਨੇ ਤੇ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਵੀ ਸਾਡੀ ਜੀਤੋ ਦਾ ਵਿਆਹ ਹੈ। ਤੇ ਵਿਆਹ ਸਾਰੀ ਦੁਨੀਆ ਦੇ ਮਾਲਕ ਕਲਗੀਆਂ ਵਾਲੇ ਪਾਤਸ਼ਾਹ ਪੰਥ ਦੇ ਵਾਲੀ ਸਤਿਗੁਰਾਂ ਦੇ ਨਾਲ ਹੈ। ਜੋ ਕੁਲ ਰੀਤ ਕਰਤ ਸਮੁਦਾਇ। ਜੋ ਵੀ ਕੁਲ ਦੀ ਰੀਤੀ ਸੀ ਉਹਨਾਂ ਦੇ ਪਰਿਵਾਰ ਦੀ। ਹਿਰਦੇ ਆਨੰਦਤ ਦਿਓਸ ਬਿਤਾਏ। ਉਹਨਾਂ ਨੇ ਖੁਸ਼ੀ ਖੁਸ਼ੀ ਕੀਤੀ ਹੈ ਤੇ ਦਿਨ ਬੀਤਦੇ ਜਾ ਰਹੇ ਨੇ। ਨਾਮ ਬਾਜ਼ਾਰ ਪ੍ਰਤੱਖ ਹੀ ਧਰੇ। ਤੇ ਸਾਧ ਸੰਗਤ ਜੀ ਹੁਣ ਉਹ ਇੱਥੇ ਆ ਗਏ ਨੇ ਲਾਹੌਰ, ਉੱਥੋਂ ਇੱਥੇ ਆ ਗਏ ਨੇ ਜਿਹੜਾ ਗੁਰੂ ਨੇ ਲਾਹੌਰ ਵਸਾਇਆ। ਤੇ ਉਹਦੇ ਵਿੱਚ ਬਾਜ਼ਾਰਾਂ ਦੇ ਵੀ ਨਾਂ ਰੱਖ ਦਿੱਤੇ ਨੇ। ਜਿਵੇਂ ਲਾਹੌਰ ਦੇ ਬਾਜ਼ਾਰ ਵਿੱਚ ਇੱਕ ਅਨਾਰਕਲੀ ਬਾਜ਼ਾਰ ਹੈ, ਹੋਰ ਬਾਜ਼ਾਰ ਨੇ। ਇੱਥੇ ਵੀ ਗੁਰੂ ਸਾਹਿਬ ਜੀ ਦੇ ਬਾਜ਼ਾਰਾਂ ਦੇ ਨਾਂ ਰੱਖੇ ਹੋਏ ਨੇ। ਏਕ ਸਰੰਦੀ ਜਾਣਿਓ ਪਰੇ। ਇੱਕ ਬਾਜ਼ਾਰ ਦਾ ਨਾਂ ਸਰਹੰਦੀ ਬਾਜ਼ਾਰ ਰੱਖ ਦਿੱਤਾ। ਸਰਹੰਦੀ ਬਾਜ਼ਾਰ ਦੇ ਵਿੱਚ ਸਰਹੰਦ ਦੇ ਬਾਣੀਏ ਦੁਕਾਨਾਂ ਲਾ ਕੇ ਬੈਠੇ ਨੇ। ਜਿਹੜੇ ਸਰਹੰਦ ਤੋਂ ਆਏ ਨਾ ਦੁਕਾਨਦਾਰ, ਉਹਨਾਂ ਨੇ ਆਪਣੀਆਂ ਦੁਕਾਨਾਂ ਇਕੱਠੀਆਂ ਲਾਈਆਂ ਨੇ। ਤੇ ਗੁਰੂ ਕੇ ਲਾਹੌਰ ਦੇ ਵਿੱਚ ਇੱਕ ਸਰਹੰਦੀ ਬਾਜ਼ਾਰ ਵੀ ਹੈ। ਦੁਤੀਏ ਕਹਿ ਹੁਸ਼ਿਆਰ ਪੂਰੇ ਕੋ। ਤੇ ਇੱਕ ਬਾਜ਼ਾਰ ਹੁਸ਼ਿਆਰਪੁਰੀਆਂ ਦਾ ਹੈ। ਉਹ ਜਿਹੜੇ ਹੁਸ਼ਿਆਰਪੁਰ ਤੋਂ ਦੁਕਾਨਾਂ ਲੈ ਕੇ ਆਏ ਨੇ,
ਉਹਨਾਂ ਦੇ ਬਾਜ਼ਾਰ ਦਾ 8 10 20 50 ਜਿੰਨੀਆਂ ਦੁਕਾਨਾਂ ਨੇ ਇੱਕ ਪਾਸੇ ਲੱਗੀਆਂ ਨੇ, ਉਹਨਾਂ ਦਾ ਨਾਮ ਹੈ ਹੁਸ਼ਿਆਰਪੁਰ ਦਾ ਬਾਜ਼ਾਰ। ਹਾਂਜੀ। ਤ੍ਰਿਤੀय ਰੋਪਰੀ ਨਾਮ ਧਰੇ ਕੋ। ਤੀਜਾ ਬਾਜ਼ਾਰ ਰੋਪੜ ਵਾਲਿਆਂ ਦਾ ਹੈ, ਜਿਹੜੇ ਰੋਪੜ ਤੋਂ ਬਾਣੀਏ ਆਏ ਨੇ ਦੁਕਾਨਾਂ ਲਾ ਕੇ। ਉਹ ਰੋਪੜ ਵਾਲੇ ਕਹਿੰਦੇ ਆ ਵੀ ਸਾਡਾ ਰੋਪੜੀ ਬਾਜ਼ਾਰ ਹੈ। ਹਾਂਜੀ। ਚਤੁਰਥ ਭਨੈ ਲਾਹੌਰ ਨਾਮੂ। ਤੇ ਲਾਹੌਰ ਵਾਲਿਆਂ ਨੇ ਆਪਣਾ ਬਾਜ਼ਾਰ ਵੀ ਲਾਇਆ ਲਿਆ ਕੇ, ਜਿਹੜੇ ਲਾਹੌਰ ਤੋਂ ਬਾਣੀਏ ਆਏ ਨੇ ਉਹਨਾਂ ਦਾ ਨਾਮ ਲਾਹੌਰੀ ਬਾਜ਼ਾਰ ਹੈ। ਵਿਖਿਅਤ ਜੁਦੇ ਜੁਦੇ ਅਭਿਰਾਮੂ। ਕਹਿੰਦੇ ਸੋਹਣੇ ਸੋਹਣੇ ਨਾਂ, ਸੋਹਣੇ ਸੋਹਣੇ ਬਾਜ਼ਾਰ, ਸੋਹਣੀਆਂ ਸੋਹਣੀਆਂ ਦੁਕਾਨਾਂ ਗੁਰੂ ਕੇ ਲਾਹੌਰ 'ਚ ਲੱਗ ਗਈਆਂ ਨੇ। ਧਰ ਚਿਤ ਚਾਵ ਕਰੇ ਵਿਵਹਾਰ। ਬੜੇ ਚਾਹ ਦੇ ਨਾਲ, ਬੜੇ ਸ਼ੌਂਕ ਦੇ ਨਾਲ ਬਾਣੀਏ ਵਣਜ ਕਰ ਰਹੇ ਨੇ, ਵਿਹਾਰ ਕਰ ਰਹੇ ਨੇ, ਬਿਜ਼ਨਸ ਕਰ ਰਹੇ ਨੇ ਦੁਕਾਨਾਂ ਤੇ। ਗੁਰੂ ਘਰ ਤੇ ਲਹਿ ਦਰਬ ਉਧਾਰ। ਤੇ ਗੁਰੂ ਘਰ ਤੋਂ ਜਿਨ੍ਹਾਂ ਕੋਲ ਕਈ ਦੁਕਾਨਦਾਰ ਦਾ ਸਰਮਾਇਆਦਾਰ ਸੀਗੇ, ਤਗੜੇ ਸੀਗੇ, ਉਹਨਾਂ ਨੇ ਤਾਂ ਗੁਰੂ ਦਾ ਬਚਨ ਮੰਨ ਕੇ ਮਾਇਆ ਖਰਚ ਕੇ ਆਪਣੀਆਂ ਦੁਕਾਨਾਂ 'ਚ ਸੌਦਾ ਪਾ ਲਿਆ। ਜਿਹੜੇ ਮੇਰੇ ਵਰਗੇ ਗਰੀਬ ਸੀਗੇ ਉਹਨਾਂ ਨੇ ਗੁਰੂ ਦੇ ਖਜ਼ਾਨੇ 'ਚੋਂ ਮਾਇਆ ਲੈ ਲਈ ਉਧਾਰੀ, ਤੇ ਮਹਾਰਾਜ ਤੋਂ ਮਾਇਆ ਲੈ ਕੇ ਉਹਨਾਂ ਨੇ ਆਪਣੀਆਂ ਦੁਕਾਨਾਂ 'ਚ ਮਾਲ ਪਾ ਲਿਆ। ਜਦੋਂ ਮਾਇਆ ਉਹਨਾਂ ਦੇ ਵਟਕ ਹੋ ਗਈ, ਉਹਨਾਂ ਨੇ ਗੁਰੂ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤੀ ਬਾਅਦ 'ਚ। ਹਾਂਜੀ। ਖਾਟਹਿ ਲਾਭ ਸੁਜਸ ਕਾ ਕਹੈ। ਕਹਿੰਦੇ ਲਾਭ ਖੱਟਦੇ ਨੇ, ਬੜਾ ਬਿਜ਼ਨਸ ਚੱਲ ਰਿਹਾ ਗੁਰੂ ਕੇ ਲਾਹੌਰ 'ਚ, ਤੇ ਦੁਕਾਨਦਾਰ ਗੁਰੂ ਦਾ ਜਸ ਕਰਦੇ ਨੇ। ਕਹਿੰਦੇ ਮਹਾਰਾਜ ਨੇ ਬੜੀ ਸੋਹਣੀ ਰਚਨਾ ਰਚੀ ਹੈ, ਕਲਗੀਆਂ ਵਾਲੇ ਦੇ ਨਾਲੇ ਵਿਆਹ ਵੇਖਾਂਗੇ ਤੇ ਨਾਲੇ ਬਿਜ਼ਨਸ ਕਰਾਂਗੇ, ਨਾਲੇ ਪੁੰਨ ਨਾਲੇ ਫਲੀਆਂ। ਇਹੋ ਜਿਹਾ ਪ੍ਰੋਗਰਾਮ ਬਣ ਗਿਆ ਹੈ। ਧੰਨ ਗੁਰੂ ਸਮਰੱਥ ਵੱਡ ਅਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਮਰੱਥ ਹਨ, ਵੱਡੇ ਸਮਰੱਥ। ਉਹਨਾਂ ਤੋਂ ਸਮਰੱਥ ਕੋਈ ਨਹੀਂ ਹੈ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਤੋਂ ਵੱਡੀ ਸਮਰੱਥਾ ਉਹਨਾਂ ਦੀ ਹੈ। ਹਾਂਜੀ। ਕੋਸ਼ਿਸ਼ ਬਰਨ ਕੇ ਅੰਬਰ। ਸਾਧ ਸੰਗਤ ਜੀ, ਦੁਨੀਆ ਵਿੱਚ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਕੋਈ। ਇਹ ਕਲਗੀਧਰ ਪਾਤਸ਼ਾਹ ਦਾ ਵਿਆਹ ਹੋਇਆ ਦੁਨੀਆ ਤੋਂ ਵੱਖਰਾ, ਲਾਹੌਰ ਹੀ ਨਵਾਂ ਵਸਾਤਾ, ਸ਼ਹਿਰ ਹੀ ਵਸਾਤਾ। ਕਹਿੰਦੇ ਰੰਗ ਰੰਗ ਦੇ ਕੱਪੜੇ, ਰੰਗ ਰੰਗ ਦੇ ਬਸਤਰ ਪਾਈ ਫਿਰਦੇ ਨੇ ਲੋਕ। ਬਨਵਾਵਹਿ ਲੈ ਬ੍ਰਿੰਦ ਪਟੰਬਰ। ਵਿਆਹ ਦੇ ਜਾਣ ਦਾ ਜਿਨ੍ਹਾਂ ਨੂੰ ਚਾਹ ਹੈ, ਜਿਨ੍ਹਾਂ ਨੇ ਬਰਾਤੇ ਜਾਣਾ ਹੈ, ਜਿਨ੍ਹਾਂ ਨੇ ਵਿਆਹ ਵੇਖਣਾ ਹੈ, ਉਹ ਸਾਰੇ ਹੀ ਮਹਿੰਗੇ ਮਹਿੰਗੇ ਕੱਪੜੇ ਸਵਾਉਂਦੇ ਨੇ। ਗੁਰ ਕੋ ਮਾਤੁਲ ਨਾਮ ਕਿਰਪਾਲ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਾਮਾ, ਜਿਨ੍ਹਾਂ ਦਾ ਨਾਮ ਕਿਰਪਾਲ ਚੰਦ ਹੈ। ਕਾਰ ਕਰਾਵਤ ਸਕਲ ਸੰਭਾਲ। ਬਾਬਾ ਕਿਰਪਾਲ ਚੰਦ ਸਾਰੀ ਵਿਆਹ ਦੀ ਜਿੰਨੀ ਵੀ ਦੇਖ ਰੇਖ ਹੈ ਆਪਣੀ ਨਿਗਰਾਨੀ 'ਚ ਕਰਾ ਰਿਹਾ ਹੈ। ਮਸੰਦਾਂ ਦੀ ਡਿਊਟੀ ਲਾਣੀ, ਦੁਕਾਨਦਾਰਾਂ ਨੂੰ ਗੱਲ ਸਮਝਾਣੀ, ਸੇਵਾਦਾਰਾਂ ਨੂੰ ਕੋਈ ਗੱਲ ਦੱਸਣੀ, ਹਲਵਾਈਆਂ ਨੂੰ ਕੋਈ ਕੰਮ ਕਹਿਣਾ, ਸੁਨਿਆਰਾਂ ਨੂੰ ਕੋਈ ਕੰਮ ਕਹਿਣਾ, ਦਰਜੀਆਂ ਨੂੰ, ਕੱਪੜੇ ਸਿਉਣ ਵਾਲਿਆਂ ਨੂੰ ਕੁਝ ਕਹਿਣਾ, ਕੱਪੜੇ ਧੋਣ ਵਾਲੇ ਧੋਬੀਆਂ ਨੂੰ ਕੁਝ ਕਹਿਣਾ। ਬੜਾ ਵੱਡਾ ਪ੍ਰੋਗਰਾਮ ਹੈ ਨਾ, ਕੋਈ ਛੋਟਾ ਮੋਟਾ ਪ੍ਰੋਗਰਾਮ ਤਾਂ ਹੈ ਨਹੀਂ। ਜਿੱਥੇ ਹਜ਼ਾਰਾਂ ਲੋਕ ਆਏ ਹੋਣ ਵਿਆਹ ਦੇ ਵਿੱਚ, ਉੱਥੇ ਕਿੰਨਾ ਕੁ ਬੰਦੋਬਸਤ ਕਰਨਾ ਪੈਂਦਾ, ਤੁਸੀਂ ਆਪ ਹੀ ਸਿਆਣੇ ਹੋ। ਮਾਮਾ ਕਿਰਪਾਲ ਚੰਦ ਨਾ ਦਿਨੇ ਆਰਾਮ ਕਰਦਾ ਨਾ ਰਾਤੀ, ਉਹ ਹਰ ਇੱਕ ਕੰਮ ਆਪਣੀ ਨਿਗਰਾਨੀ 'ਚ ਕਰਾ ਰਿਹਾ ਹੈ। ਗੁਰਗ੍ਰਾਮਨ ਕੇ ਮਨੁਜ ਨਿਹਾਰੇ। ਪਿੰਡਾਂ ਦੇ ਸ਼ਹਿਰਾਂ ਦੇ ਲੋਕ ਬਹੁਤ ਆਏ ਨੇ, ਬੈਠੇ ਬ੍ਰਿੰਦ ਕਰਤ ਸਭ ਕਾਰੇ। ਤੇ ਜਿਹੜੀ ਜਿਹੜੀ ਕਿਸੇ ਦੀ ਡਿਊਟੀ ਹੈ ਉਹ ਕਰ ਰਿਹਾ। ਕੋਈ ਕੱਪੜੇ ਸੀ ਰਿਹਾ, ਕੋਈ ਗਹਿਣੇ ਬਣਾ ਰਿਹਾ, ਕੋਈ ਹਲਵਾਈ ਮਠਿਆਈਆਂ ਬਣਾ ਰਿਹਾ, ਤੇ ਕੋਈ ਸ਼ਬਦ ਬਾਣੀ ਪੜ੍ਹ ਰਿਹਾ, ਕੋਈ ਲੰਗਰ ਵਰਤਾ ਰਿਹਾ, ਕੋਈ ਪਕਾ ਰਿਹਾ। ਏਦਾਂ ਆਪਣੀ ਆਪਣੀ ਡਿਊਟੀ ਸਿੱਖ ਕਰ ਰਹੇ ਨੇ। ਰੰਗਰੇਜ ਗਨ ਰੰਗਤ ਚੀਰ। ਰੰਗਰੇਜ ਜਿਹੜੇ ਰੰਗ ਕਰਦੇ ਨੇ ਕੱਪੜਿਆਂ ਨੂੰ, ਲਿਲਾਰੀ, ਉਹ ਆਪਣੇ ਵੱਡੇ ਵੱਡੇ ਮਟਕਿਆਂ ਵਿੱਚ ਲਾਲ, ਪੀਲੇ, ਨੀਲੇ ਕੱਪੜੇ ਰੰਗਦੇ ਨੇ। ਸਭ ਵਿਦ ਕੇ ਨਰ ਕੀ ਬੜ ਭੀਰ। ਉਹਨਾਂ ਕੋਲੋਂ ਬੀਬੀਆਂ ਚੁੰਨੀਆਂ ਰੰਗਾਉਂਦੀਆਂ ਨੇ, ਬੰਦੇ ਪੱਗਾਂ ਰੰਗਾਉਂਦੇ ਨੇ, ਤੇ ਕੋਈ ਕੱਪੜੇ ਰੰਗਾਉਂਦੇ ਨੇ। ਜਿੱਦਾਂ ਦਾ ਕਿਸੇ ਦਾ ਸ਼ੌਂਕ ਹੁੰਦਾ, ਮੈਂ ਇਦਾਂ ਦੀ ਪੱਗ ਬੰਨਣੀ ਹੈ, ਉਦਾਂ ਦਾ ਰੰਗ ਕਰਾ ਲੈਂਦਾ ਹੈ। ਹਰ ਤਰ੍ਹਾਂ ਦੇ ਲੋਕ ਆਏ ਨੇ ਤੇ ਹਰ ਤਰ੍ਹਾਂ ਦੇ ਲੋਕਾਂ ਦੀ ਭੀੜ ਹੈ ਅਨੰਦਪੁਰ ਸਾਹਿਬ ਵਿੱਚ। ਹਾਂਜੀ। ਜੀਨ ਤੁਰੰਗਨ ਬਨਹਿ ਬਿਲਾਸਾ। ਘੋੜਿਆਂ ਵਾਸਤੇ ਨਵੀਆਂ ਕਾਠੀਆਂ ਬਣਵਾਈਆਂ ਜਾ ਰਹੀਆਂ ਨੇ। ਜਿਨ੍ਹਾਂ ਨੇ ਬਰਾਤੇ ਜਾਣਾ ਹੈ ਉਹ ਕਹਿੰਦੇ ਮੇਰਾ ਘੋੜਾ ਤੇ ਬੜਾ ਸੋਹਣਾ ਹੈ ਪਰ ਕਾਠੀ ਪੁਰਾਣੀ ਹੈ, ਮੈਂ ਨਵੀਂ ਬਣਾਵਾਂਗਾ। ਬਰਾਤੇ ਜਾਣਾ
ਆਪਣੇ ਆਪਣੇ ਘੋੜਿਆਂ ਦੇ ਕਾਠੀਆਂ ਤੇ ਉਹਨਾਂ ਦਾ ਸ਼ਿੰਗਾਰ ਨਵਾਂ ਤਿਆਰ ਕਰਵਾ ਲਿਆ ਹੈ। ਮਖਮਲ ਜਰੀ ਬਨਾਤੀ जाला। ਮਖਮਲ ਦੇ ਜਰੀਦਾਰ ਝੁੱਲ ਬਣਾਏ ਹੋਏ ਨੇ, ਜਿਹੜੇ ਘੋੜਿਆਂ ਦੇ ਹਾਥੀਆਂ ਦੇ ਪਾਏ ਜਾਣਗੇ। ਦੂਰੋਂ ਚਮਕਾਂ ਪੈਣਗੀਆਂ ਵੀ ਗੁਰੂ ਗੋਬਿੰਦ ਸਿੰਘ ਦੀ ਬਰਾਤ ਆ ਰਹੀ ਹੈ। ਅਨੇਕ ਕਾਰਖਾਨੇ ਪੁਰ ਹੋਏ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੜੇ ਕਾਰਖਾਨੇ ਲੱਗੇ ਨੇ। ਕੋਈ ਕਾਰਖਾਨਾ ਕੱਪੜਿਆਂ ਦਾ, ਕੋਈ ਰੰਗਣ ਵਾਲਿਆਂ ਦਾ, ਕੋਈ ਬਣਾਉਣ ਵਾਲਿਆਂ ਦਾ, ਕੋਈ ਸੋਨੇ ਵਾਲਿਆਂ ਦਾ। ਹਾਂਜੀ, ਲੈਣ ਦੇਣ ਠਾਨਤ ਸਭ ਕੋਈ ਲੈ ਰਿਹਾ, ਕੋਈ ਦੇ ਰਿਹਾ। ਲੈਣ ਦੇਣ ਦਾ ਵਪਾਰ ਚੱਲ ਰਿਹਾ ਹੈ। ਬਿੰਦ ਸੁਨਾਰ ਭੂਖਣ ਕਰੈ। ਬਹੁਤ ਸੁਨਿਆਰ ਨੇ ਜਿਹੜੇ ਵਿਆਹ ਦੇ ਲਈ ਗਹਿਣੇ ਤਿਆਰ ਕਰ ਰਹੇ ਨੇ। ਚਾਂਦੀ ਚਾਮੀ ਕਰਕੇ ਕਰੈ। ਕੋਈ ਚਾਂਦੀ ਦੇ ਗਹਿਣੇ ਬਣਾ ਰਹੇ ਨੇ ਜਿਊਲਰੀ ਵਾਲੇ, ਤੇ ਕੋਈ ਸੋਨੇ ਦੇ ਗੋਲਡ ਦੇ ਬਣਾ ਰਹੇ ਨੇ। ਤੰਬੂ ਪੁੰਜ ਕਨਾਤ ਬਨਾਤੀ। ਤੰਬੂ ਬੜੇ ਬੜੇ ਵਧੀਆ ਸੋਹਣੇ ਕਨਾਤਾਂ ਤਿਆਰ ਹੋ ਰਹੀਆਂ ਨੇ। ਚੋਬ ਕਲਸ਼ ਕੰਚਨ ਬਹੁ ਭਾਂਤੀ। ਉਹਨਾਂ ਤੰਬੂਆਂ ਦੀਆਂ ਚੋਭਾਂ ਸੋਨੇ ਦੀਆਂ, ਚਾਂਦੀ ਦੀਆਂ, ਉੱਤੇ ਕਲਸ਼ ਲੱਗੇ। ਬੜੇ ਆਲੀਸ਼ਾਨ ਤੰਬੂ ਜਿਹੜੇ ਵਿਆਹ 'ਚ ਲੱਗਣੇ ਨੇ। ਆਤਿਸ਼ਬਾਜ਼ੀ ਬਹੁ ਬਣਵਾਈ। ਫਿਰ ਰਾਤ ਨੂੰ ਆਤਿਸ਼ਬਾਜ਼ੀ ਹੋਣੀ ਹੈ, ਜਿਵੇਂ ਪਟਾਕੇ ਵਗੈਰਾ ਦੀਵਾਲੀ ਨੂੰ ਜਗਾਉਂਦੇ ਨਾ। ਆਤਿਸ਼ਬਾਜ਼ੀ ਵਿਆਹਾਂ ਤੇ ਹੁੰਦੀ ਸੀ ਪਹਿਲਾਂ। ਉਹਦੇ ਵਿੱਚ ਮਤਾਬੀਆਂ ਹੁੰਦੀਆਂ ਸੀ, ਜਿਹੜੀ ਖਾਸ ਕਰਕੇ ਆ ਜਿਵੇਂ ਟਿਊਬਾਂ ਦੀ ਚਿੱਟੀ ਲਾਈਟ ਹੈ ਨਾ, ਇਦਾਂ ਦੀ ਚੰਨ ਵਰਗੀ ਚਾਨਣੀ ਕਰ ਦੇਣ, ਉਹ ਜਗਾ ਦਿੰਦੇ ਸੀ, ਤਾਂ ਕਿ ਰਾਤ ਨੂੰ ਵਿਆਹ ਦੇ ਸਮੇਂ 'ਚ ਦਿਨ ਵਰਗਾ ਚਾਨਣਾ ਹੋ ਜਾਵੇ। ਇਹੋ ਜਿਹੀਆਂ ਆਤਿਸ਼ਬਾਜ਼ੀਆਂ ਵਾਲੇ ਆਤਿਸ਼ਬਾਜ਼ੀ ਤਿਆਰ ਕਰ ਰਹੇ ਨੇ। ਗਨ ਬਾਜਨ ਬਰੂਦ ਮਿਲਾਈ। ਕਹਿੰਦੇ ਉਹਦੇ ਵਿੱਚ ਹਾਥੀ ਘੋੜੇ ਵੀ ਬਣਾਏ ਹੁੰਦੇ ਸੀ। ਜਿਵੇਂ ਅੱਜ ਕੱਲ੍ਹ ਤਾਂ ਅਨਾਰ ਹੋ ਗਏ, ਜਾਂ ਫੁੱਲ ਝੜੀਆਂ ਹੋ ਗਈਆਂ, ਜਾਂ ਉੱਤੇ ਹਵਾਈਆਂ ਹੋ ਗਈਆਂ, ਥੋੜਾ ਹੀ ਰਹਿ ਗਿਆ। ਪਹਿਲਾਂ ਆਤਿਸ਼ਬਾਜ਼ੀ ਦਾ ਬੜਾ ਯੁੱਗ ਸੀਗਾ। ਉਹ ਆਤਿਸ਼ਬਾਜ਼ੀ ਦੇ ਘੋੜੇ ਬਣਾ ਦਿੰਦੇ ਸੀ, ਉਹ ਦੌੜਦੇ ਸੀ। ਹੱਥ ਜਦੋਂ ਚਲਾਉਂਦੇ ਸੀ ਨਾ, ਉਹਨੂੰ ਕਹਿੰਦੇ ਹੁਣ ਘੋੜਾ ਦੌੜੇਗਾ, ਹੁਣ ਆਤਿਸ਼ਬਾਜ਼ੀ ਦਾ ਹਾਥੀ ਦੌੜੇਗਾ। ਫਿਰ ਉੱਪਰ ਝਾੜ, ਮਤਾਬੀਆਂ, ਇਦਾਂ ਦੇ ਕਈ ਤਰ੍ਹਾਂ ਦੇ ਦਿਓ ਉੱਤੇ ਜਾ ਕੇ ਹੱਸਦੇ, ਜਿਵੇਂ ਦੈਂਤ ਹੁੰਦੇ ਆ, ਅਸਮਾਨ ਦੇ ਵਿੱਚ ਡਰਾਉਂਦੇ ਸੀਗੇ। ਫਿਰ ਦੇਵਣੀਆਂ, ਦੇਵੀਆਂ, ਦੇਵਤੇ, ਇਦਾਂ ਦੀਆਂ ਚੀਜ਼ਾਂ ਆਤਿਸ਼ਬਾਜ਼ੀ ਵਾਲੇ ਬਣਾਉਂਦੇ ਸੀ। ਉਹ ਬਣਾ ਕੇ ਵਿਆਹ ਦੇ ਵਿੱਚ ਚਲਾਣੀਆਂ ਹਨ। ਦੇਵ ਦੇਵਣੀ ਚਾਦਰ ਚਾਰ। ਦੇਵ ਦੇਵਣੀ, ਉਹ ਜਿਹੜੇ ਜਦੋਂ ਅੱਗ ਲਾ ਦਿਓ ਉੱਡ ਕੇ ਅਸਮਾਨ ਤੇ ਜਾਣਗੇ, ਹੜ ਹੜਾ ਕੇ ਹੱਸਣਗੇ, ਡਰਾਉਣਗੇ, ਤੇ ਉਹ ਮਨੋਰੰਜਨ ਹੁੰਦਾ। ਤੇ ਚਾਦਰਾਂ ਇਸ ਤਰ੍ਹਾਂ, ਜਿਵੇਂ ਆ ਚਾਦਰ ਹੈ ਨਾ, ਇਦਾਂ ਉੱਪਰ ਜਾ ਕੇ ਚਾਰੇ ਪਾਸੇ ਇਦਾਂ ਲੱਗੇ ਅਸਮਾਨ 'ਚ ਚਾਦਰ ਤਾਣੀ ਹੋਈ ਹੈ। ਹਾਂਜੀ, ਚਰਖੀ ਪੁੰਜ ਮਤਾਬੀ ਝਾੜ। ਚਰਖੀਆਂ ਜਿਹੜੀਆਂ ਗੋਲ ਘੁੰਮਦੀਆਂ, ਅੱਗ ਲਾ ਦਿਓ ਤੇ ਇਦਾਂ ਤੇਜ਼ ਤੇ ਚੱਲਣਗੀਆਂ। ਮਤਾਬੀਆਂ, ਝਾੜ। ਕੌਣ ਕੌਣ ਗਿਨੀਐ ਪੁਰਸਾਰੇ। ਆਹਾ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਫਿਲਮ ਬਣਾ ਦਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸੰਤੋਖ ਸਿੰਘ ਜੀ ਨੂੰ। ਕੈਥਲ 'ਚ ਅੱਜ ਵੀ ਹਵੇਲੀ ਮੌਜੂਦ ਹੈ, ਜਿਹਦੇ ਵਿੱਚ ਹੁਣ ਸਾਧ ਸੰਗਤ ਦੀ ਸੰਗਤਾਂ ਉਪਰਾਲਾ ਕਰ ਰਹੀਆਂ ਵੀ ਮਹਾਰਾਜ ਕਿਰਪਾ ਕਰੇ ਉਹ ਪੰਥ ਕੋਲ ਆ ਜਾਵੇ। ਉਹ ਹਵੇਲੀ ਦੇ ਵਿੱਚ ਇਤਿਹਾਸ ਉਤਰਿਆ ਭਾਈ ਸਾਹਿਬ ਨੂੰ। ਭਾਈ ਸਾਹਿਬ ਕਹਿੰਦੇ ਧਿਆਨ ਵਿੱਚ ਬੈਠੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਰਸ਼ਨ ਹੋਏ ਕਿ ਤੈਨੂੰ ਤਾਂ ਭੇਜਿਆ ਸੀ ਸਾਡੀ ਕਥਾ ਲਿਖੇ, ਤੂੰ ਹੋਰ ਗ੍ਰੰਥ ਲਿਖੀ ਜਾਂਦਾ। ਕਹਿੰਦੇ ਮਹਾਰਾਜ ਤੁਹਾਡੀ ਕਥਾ ਮੈਂ ਕਿਵੇਂ ਲਿਖ ਸਕਾਂਗਾ, ਮੈਨੂੰ ਕੀ ਪਤਾ ਤੁਸੀਂ ਕੀ ਕੀਤਾ। ਸਤਿਗੁਰੂ ਕਹਿੰਦੇ ਜੋ ਅਸੀਂ ਕੀਤਾ ਤੇਰੇ ਸਾਹਮਣੇ ਆਈ ਜਾ, ਵੇਖ ਵੇਖ ਕੇ ਲਿਖੀ ਜਾਈ। ਤੇ ਭਾਈ ਸਾਹਿਬ ਵੇਖ ਕੇ ਲਿਖ ਰਹੇ ਆ। ਇੰਨੀ ਬਰੀਕੀ ਨਾਲ ਲਿਖਣਾ ਬੜਾ ਔਖਾ ਸਾਧ ਸੰਗਤ। ਇੰਨੀ ਬਰੀਕੀ ਨਾਲ ਹਰ ਗੱਲ ਦਾ ਵਰਣਨ ਕਰਨਾ ਵੀ ਪੂਰਾ ਜਿਹੜਾ ਪਲੇਟਫਾਰਮ ਬਣਾ ਕੇ ਹਰ ਗੱਲ ਦੱਸ ਦੇਣੀ। ਭਾਈ ਸਾਹਿਬ ਜੀ ਆ ਦੱਸ ਰਹੇ ਨੇ, ਕਹਿੰਦੇ ਕਿਹੜੀ ਕਿਹੜੀ ਗੱਲ ਦੱਸਾਂ ਮੈਂ, ਅੰਤ ਕੋਈ ਨਹੀਂ ਹੈ। ਨਰ ਨਾਰਨ ਕੀ ਭੀੜ ਉਦਾਰੇ। ਹਜ਼ਾਰਾਂ ਲੱਖਾਂ ਲੋਕਾਂ ਦੀ ਭੀੜ ਹੈ। ਗੁਰੂ ਕੇ ਲਾਹੌਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਥਾਂ ਖਾਲੀ ਹੈ। ਹਾਂਜੀ, ਅਸ ਰੌਣਕ ਇੱਕ ਮਾਸ ਮਝਾਰੀ। ਇਹ ਰੌਣਕ ਇੱਕ ਦਿਨ ਨਹੀਂ ਰਹੀ, 2 ਦਿਨ ਨਹੀਂ ਰਹੀ, 1 ਮਹੀਨਾ ਰਹੀ ਹੈ। 1 ਮਹੀਨਾ ਇਹ ਮੇਲਾ ਬਣਿਆ ਰਿਹਾ ਵਿਆਹ ਦਾ। ਹਾਂਜੀ, ਗੁਰਬਚਨ ਤੇ ਹੋਇਆ ਗੀ ਇੱਕ ਵਾਰ। ਗੁਰੂ ਦੇ ਬਚਨਾਂ ਨਾਲ ਇੱਕ ਵਾਰ ਤਾਂ ਸਾਰੇ ਪਾਸੇ ਜੈ ਜੈਕਾਰ ਹੋ ਗਈ ਹੈ।
बाजे बजे गायबो करें। ਮਹਾਰਾਜ ਨੇ ਕਿਹਾ ਸੀ ਨਾ ਵੀ ਇੱਥੇ ਗੁਰੂ ਕਾ ਲਾਹੌਰ ਬਣਾ ਦੇਾਂਗੇ ਆਪਣੇ ਸਹੁਰਾ ਸਾਹਿਬ ਬਾਬਾ ਹਰਜਸ ਜੀ ਨੂੰ, ਵੀ ਤੁਸੀਂ ਫਿਕਰ ਨਾ ਕਰੋ, ਲਾਹੌਰ ਵਰਗਾ ਹੀ ਹੋਵੇਗਾ ਨਜ਼ਾਰਾ, ਤੁਸੀਂ ਵੇਖ ਲਿਆ ਜੇ। ਤੇ ਬਿਲਕੁਲ ਲਾਹੌਰ ਹੀ ਬਣ ਗਿਆ ਹੈ। जह कह मिल मिल मुद उर धरें। ਜਿੱਥੇ ਕਿੱਥੇ ਮਿਲ ਮਿਲ ਕੇ ਖੁਸ਼ੀਆਂ ਹੀ ਖੁਸ਼ੀਆਂ ਮਨਾ ਰਹੇ ਨੇ ਲੋਕ। पहुँचे दिवस ब्याह को आए। ਤੇ ਫਿਰ ਉਹ ਭਾਗਾਂ ਵਾਲੀ ਘੜੀ, ਸਗਨਾਂ ਵਾਲੀ ਘੜੀ, 23 ਹਾੜ ਦਾ ਦਿਨ ਵੀ ਆ ਪਹੁੰਚਿਆ। नित प्रत उत्सव मात करा। ਹਰ ਰੋਜ਼ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਨਵੇਂ ਮੰਗਲਮਈ ਉਤਸਵ ਕਰਦੇ ਰਹੇ। ਢੋਲਕ ਟਲਕਾ ਘੁੰਗਰੂ ਤਾਲੀ। ਢੋਲਕ ਵੱਜਦੇ, ਟੱਲੀਆਂ ਵੱਜਦੀਆਂ, ਘੁੰਗਰੂ ਵੱਜਦੇ, ਤਾਲੀਆਂ ਵੱਜਦੀਆਂ। ਗਾਵੇ ਹੈ ਨਾਚੇ ਹੈ ਲੇਤ ਭਵਾਲੀ। ਗਾਉਂਦੇ ਹਨ, ਨੱਚਦੇ ਹਨ ਤੇ ਭਵਾਲੀਆਂ ਦੇ ਦੇ ਕੇ। ਨਿਸਬਾ ਸੁਰ ਮਹਿ ਕੌਤਕ ਹੋਤਾ। ਦਿਨੇ ਵੀ ਤੇ ਰਾਤੀ ਵੀ ਰੌਣਕਾਂ ਲੱਗੀਆਂ ਰਹਿੰਦੀਆਂ। ਕੋਈ ਦਿਨੇ ਪ੍ਰੋਗਰਾਮ ਹੋ ਰਿਹਾ, ਕੋਈ ਰਾਤ ਨੂੰ ਹੋ ਰਿਹਾ। ਕਿਤੇ ਢਾਡੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਨੇ, ਕਿਤੇ ਕਵੀ ਕਵਿਤਾਵਾਂ ਪੜ੍ਹ ਰਹੇ ਨੇ, ਕਿਤੇ ਰਾਗੀ ਸ਼ਬਦ ਕੀਰਤਨ ਕਰ ਰਹੇ ਨੇ, ਕਿਤੇ ਕਥਾ ਵਾਲੇ ਕਥਾ ਸੁਣਾ ਰਹੇ ਨੇ, ਕਿਤੇ ਸਾਧ ਸੰਗਤ ਜੀ ਭੱਟ ਕਵਿਤ ਸੁਣਾ ਰਹੇ ਨੇ। ਵੱਖਰੇ ਵੱਖਰੇ ਰੰਗ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਹਾਂਜੀ, ਦੇਖੇ ਨਰ ਤ੍ਰਿਯ ਮੋਦ ਉਦਾਤ। ਹਰ ਇਸਤਰੀ ਪੁਰਸ਼ ਮਹਾਰਾਜ 10ਵੇਂ ਪਾਤਸ਼ਾਹ ਦੇ ਵਿਆਹ ਦਾ ਪ੍ਰੋਗਰਾਮ ਵੇਖਣ ਲਈ ਆਏ ਨੇ। ਐਸਾ ਆਨੰਦਮਈ ਵਾਜਾ ਵੱਜਿਆ ਆਨੰਦਪੁਰ ਦੀ ਧਰਤੀ ਤੇ, ਉਹਦੀ ਕਥਾ ਕਹਿਣ ਤੋਂ ਬਾਹਰੀ ਹੈ। ਸੋ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਆਹ ਦਾ ਪ੍ਰੋਗਰਾਮ ਕਿਵੇਂ ਹੋਇਆ, ਇਹ ਕਥਾ ਬੜੇ ਵਿਸਥਾਰ ਨਾਲ, ਕਿਉਂਕਿ ਇਹ ਕਥਾ ਇੱਕ ਦਿਨ 'ਚ ਨਹੀਂ ਹੁੰਦੀ। ਇੱਦਾਂ 1 ਘੰਟਾ ਰੋਜ਼ ਕਥਾ ਕਰੀਦੀ ਹੈ। ਸ਼ੁਰੂ ਤੋਂ ਲੈ ਕੇ ਭੋਗ ਪੈਣ ਤੱਕ 7 ਸਾਲ ਲੱਗ ਜਾਂਦੇ ਆ। ਹੁਣ ਸਾਨੂੰ 6 ਸਾਲ ਹੋ ਗਏ ਆ ਤੇ ਆ ਹੁਣ 7ਵਾਂ ਸਾਲ ਅਜੇ ਸ਼ੁਰੂ ਹੋਇਆ। ਮਹਾਰਾਜ ਕਿਰਪਾ ਕਰੇ ਤੇ ਪੂਰੀ ਹੋ ਜਾਵੇ। ਇਹ ਕਥਾ ਬਹੁਤ ਵਿਸਥਾਰ ਨਾਲ ਕਵੀ ਜੀ ਨੇ ਲਿਖੀ ਹੈ। 1 ਘੰਟਾ ਰੋਜ਼ ਕਰੀਏ ਤੇ 7 ਸਾਲ ਲੱਗਦੇ। ਤੇ ਆਪ ਜੀ ਭਾਗਾਂ ਵਾਲਿਓ ਅੱਜ ਇੱਕ ਕਥਾ ਵਿੱਚ ਹਿੱਸਾ ਪਾਇਆ, ਸਰਵਣ ਕੀਤੀ ਹੈ। ਮਹਾਰਾਜ ਦੀ ਕਿਰਪਾ ਨਾਲ ਫੇਸਬੁੱਕ ਤੇ ਲਾਈਵ ਵੀ ਚੱਲਦੀ ਹੈ। ਜਿਹੜੇ ਗੁਰਸਿੱਖ ਉੱਥੋਂ ਸੁਣਨਾ ਚਾਹਣ ਸੁਣ ਸਕਦੇ। ਹਜ਼ਾਰਾਂ ਸੰਗਤਾਂ ਸੁਣਦੀਆਂ ਦੇਸ਼ਾਂ ਪ੍ਰਦੇਸ਼ਾਂ ਵਿੱਚ। ਜਿੰਨਾ ਚਿਰ ਆਪਣਾ ਗੁਰੂ ਇਤਿਹਾਸ ਨਹੀਂ ਆਪਾਂ ਸੁਣਾਂਗੇ ਨਾ, ਉਹਨਾਂ ਚਿਰ ਪ੍ਰੇਮਾ ਭਗਤੀ ਨਹੀਂ ਪੈਦਾ ਹੋਵੇਗੀ। ਆਖੋ ਸ੍ਰੀ ਵਾਹਿਗੁਰੂ। ਪ੍ਰੇਮਾ ਭਗਤੀ ਇਹ ਹੈ, ਆਪਣੇ ਗੁਰੂ ਦੀਆਂ ਗੱਲਾਂ ਸੁਣ ਕੇ ਖੁਸ਼ ਹੋਣਾ, ਪ੍ਰਸੰਨ ਹੋਣਾ। ਕਿਉਂਕਿ ਗੁਰੂ ਦੀ ਤੈਂ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਆ ਦੀਜੈ। ਕਿੱਡੀ ਮਹਾਰਾਜ ਨੇ ਬਚਨ ਕਿਹਾ ਬਾਣੀ ਵਿੱਚ ਕਿ ਗੁਰੂ ਪਰਮੇਸ਼ਰ ਦੀ ਗੱਲ ਕੋਈ ਸੁਣਾਵੇ, ਉਹਨੂੰ ਕੀ ਭੇਟਾ ਦਈਏ। ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ। ਆਪਣਾ ਸਿਰ ਵੱਢ ਕੇ ਰੱਖ ਦਈਏ, ਉੱਤੇ ਬਿਠਾ ਲਈਏ ਤੇ ਬਿਨ ਸਿਰ ਸੇਵ ਕਰੀਜੈ। ਬਿਨਾਂ ਸਿਰ ਦੇ ਉਹਦੀ ਸੇਵਾ ਕਰੀਏ। ਕਵੀ ਰਾਜ ਭਾਈ ਸੰਤੋਖ ਸਿੰਘ ਦਾ ਆਪਾਂ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਨੇ ਸਾਨੂੰ ਗੁਰੂਆਂ ਦੇ ਇਤਿਹਾਸ ਨਾਲ ਜਾਣੂ ਕਰਾਇਆ। ਹੋਰ ਨਹੀਂ ਕੁਝ ਤਾਂ 1 ਘੰਟਾ ਰੋਜ਼ ਆਪਾਂ ਕਥਾ ਸੁਣ ਲਿਆ ਕਰੀਏ। ਫਿਰ ਆਪਣੇ ਫੇਸਬੁੱਕ ਤੇ ਵੀ ਚੱਲਦੀ ਹੈ ਤੇ ਸਾਊਂਡ ਕਲਾਉਡ ਤੇ ਵੀ ਸਾਰੀ ਕਥਾ ਉਹ ਆਪ ਜੀ ਨੂੰ ਮਿਲ ਸਕਦੀ ਹੈ। ਦਾਸ ਦਾ ਨਾਮ ਲਿਖ ਕੇ ਸ੍ਰੀ ਗੁਰੂ ਪ੍ਰਤਾਪ ਸੂਰਜ ਹੈ, ਪੰਥ ਪ੍ਰਕਾਸ਼ ਹੈ, ਹੋਰ ਗ੍ਰੰਥ ਨੇ। ਸੁਣਨ ਨਾਲ ਬਹੁਤ ਕੁਝ ਮਿਲਦਾ। ਸੁਣ ਅੰਧੇ ਪਾਵੈ ਰਾਹ। ਅੰਨਾ ਬੰਦਾ ਚੌਂਕ 'ਚ ਖੜਾ ਹੋਵੇ, ਉਹਨੂੰ ਨਹੀਂ ਪਤਾ ਈਸਟ ਕਿੱਧਰ ਹੈ, ਉਹਨੂੰ ਨਹੀਂ ਪਤਾ ਵੈਸਟ ਕਿੱਧਰ ਹੈ, ਉਹਨੂੰ ਨਹੀਂ ਪਤਾ ਮੈਂ ਕਿਹੜੇ ਪਾਸੇ ਜਾਵਾਂ। ਉਹਨੂੰ ਕੋਈ ਆ ਕੇ ਦੱਸ ਦੇਵੇ ਬਾਬਾ ਜੀ ਸੱਜੇ ਮੁੜ ਜਾਓ, ਉਹ ਆਪਣੇ ਘਰ ਚਲਾ ਜਾਏਗਾ। ਅੰਨਾ ਬੰਦਾ ਵੀ ਸੁਣ ਕੇ ਰਾਹ ਪੈ ਜਾਂਦਾ। ਸੁਣ ਅੰਧੇ ਪਾ। ਤੇ ਗੁਰੂ ਦੀ ਕਥਾ ਸੁਣ ਕੇ ਤੇ ਰੱਬ ਦਾ ਰਾਹ ਮਿਲ ਜਾਂਦਾ, ਪਰਮੇਸ਼ਰ ਦਾ ਰਾਹ ਮਿਲ ਜਾਂਦਾ। ਆਪ ਜੀ ਪਿਆਰਿਓ, ਬੇਨਤੀ ਹੈ ਵੀ ਗੁਰੂ ਦੀ ਕਥਾ ਜ਼ਰੂਰ ਸੁਣਿਆ ਕਰੋ। ਜਿੱਥੇ ਗੁਰਬਾਣੀ ਦਾ ਕੀਰਤਨ ਸੁਣਨਾ, ਉੱਥੇ ਗੁਰੂ ਦੀ ਕਥਾ ਵੀ ਸੁਣਨੀ। ਕੀਰਤਨ ਕਥਾ ਇਹ ਮਹਾਰਾਜ ਨੇ ਬਹੁਤ ਵੱਡੀਆਂ ਚੀਜ਼ਾਂ ਦਿੱਤੀਆਂ ਗੁਰੂ ਨਾਨਕ ਸਾਹਿਬ ਨੇ ਸਾਨੂੰ, ਇਹਦਾ ਕੋਈ ਮੁੱਲ ਨਹੀਂ ਹੈ। ਕੀਰਤਨ ਦੇ ਬਾਰੇ ਕਹਿਤਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਤੇ ਕਥਾ ਬਾਰੇ ਕੀ ਕਿਹਾ? ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦਫਲਥਾ। ਮਿਹਰ ਕਰੇ ਸੱਚੇ ਪਾਤਸ਼ਾਹ,
ਆਪ ਜੀ ਸਮੂਹ ਪਿਆਰ ਵਾਲੀਆਂ ਸੰਗਤਾਂ, ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਇਹ 10 ਪਾਤਸ਼ਾਹੀਆਂ ਪਰਮੇਸ਼ਰ ਨੇ, ਅਕਾਲ ਪੁਰਖ ਨੇ ਇਹ ਰੂਪ ਧਾਰਨ ਕੀਤਾ ਸੀ ਤੇ ਸਾਨੂੰ ਦਰਸ਼ਨ ਦਿੱਤੇ ਸੀ। ਤੇ ਹੁਣ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਸਾਨੂੰ ਦਰਸ਼ਨ ਦੇ ਰਹੇ ਆ। ਗੁਰੂ ਕੀ ਸੰਗਤ ਦੇ ਵਿੱਚ ਰਹਿੰਦੇ ਗੁਰੂ ਸਾਹਿਬ, ਖਾਲਸੇ 'ਚ ਰਹਿੰਦੇ ਆ। ਆਪਾਂ ਇਹਦੇ ਵਿੱਚ ਹੀ ਦਰਸ਼ਨ ਕਰਿਆ ਕਰੀਏ, ਸਿੱਖਾਂ ਨਾਲ ਪਿਆਰ ਕਰਿਆ ਕਰੀਏ। ਕੁੱਲ ਦੁਨੀਆ, ਇਹ ਨਹੀਂ ਵੀ ਸਿਰਫ ਆਪਣੇ, ਆ ਜਿੰਨੀ ਦੁਨੀਆ ਆਪਣੀ ਹੈ, ਬਗਾਨਾ ਕੋਈ ਹੈ ਹੀ ਨਹੀਂ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸਗਾ ਹਮਕੋ ਬਣਿਆ। ਸਾਰਿਆਂ ਵਿੱਚ ਤਾਂ ਪਰਮੇਸ਼ਰ ਦੀ ਜੋਤ ਹੈ। ਜਦੋਂ ਬਾਣੀ ਕਹਿੰਦੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਤੇ ਗੁਰੂ ਕੇ ਸਿੱਖਾਂ ਦਾ ਸਤਿਕਾਰ ਕਰੋਗੇ, ਆਪਸ ਵਿੱਚ ਪਿਆਰ ਕਰੋਗੇ, ਗੁਰੂ ਦੀ ਖੁਸ਼ੀ ਮਿਲੇਗੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਸਾਰਿਆਂ ਦਾ, ਜਿਨ੍ਹਾਂ ਨੇ ਗੁਰੂ ਦਾ ਜਸ ਸੁਣਿਆ। ਸੁਣਨ ਵਾਲਾ ਜ਼ਿਆਦਾ ਲਾਭ ਲੈ ਜਾਂਦਾ। ਤੁਸੀਂ ਪੁੱਛੋ ਕਿਵੇਂ? ਤੁਹਾਨੂੰ ਯਾਦ ਰਹਿ ਜਾਣਾ, ਮੈਨੂੰ ਯਾਦ ਨਹੀਂ ਰਹਿਣਾ। ਮੈਂ ਕਥਾ ਸੁਣਾਈ ਨਾ ਤੁਹਾਨੂੰ, ਮੈਨੂੰ ਭੁੱਲ ਜਾਂਦੀ ਹੈ, ਤੁਹਾਨੂੰ ਨਹੀਂ ਭੁੱਲਦੀ। ਸੁਣਨ ਵਾਲੇ ਨੂੰ ਯਾਦ ਰਹਿੰਦੀ, ਸੁਣਾਉਣ ਵਾਲੇ ਨੂੰ ਯਾਦ ਰਹਿੰਦੀ। ਤੁਹਾਡੀ ਕਮਾਈ ਜ਼ਿਆਦਾ ਹੈ, ਸੁਣਨ ਵਾਲੇ ਦਾ ਫਲ ਜ਼ਿਆਦਾ ਹੈ। ਕਹਤੇ ਪਵਿੱਤ ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀ। ਕਹਿੰਦੇ ਕਹਿਣ ਵਾਲੇ ਪਵਿੱਤਰ, ਸੁਣਨ ਵਾਲੇ ਧਨ, ਲਿਖਣ ਵਾਲਿਆਂ ਦੀ ਕੁਲਾਂ ਹੀ ਤਰ ਗਈਆਂ। ਕਿਰਪਾ ਕਰੇ ਗੁਰੂ ਸੱਚੇ ਪਾਤਸ਼ਾਹ, ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੇ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਾਏ ਨੇ। ਆਹ ਨੌਜਵਾਨ ਇੱਥੋਂ ਦੇ ਬੱਚੇ ਜਿਹੜੇ ਨੇ, ਗੁਰੂ ਪਿਆਰੇ ਸਿੰਘ, ਗੁਰੂ ਦੀਆਂ ਲਾਡਲੀਆਂ ਫੌਜਾਂ, ਇਹ ਗੁਰੂ ਦੇ ਪਿਆਰ ਵਿੱਚ, ਕਿਉਂਕਿ ਸਾਧ ਸੰਗਤ ਦੀ ਪਰਮੇਸ਼ਰ ਕਿਸੇ ਦਾ ਬੀਜ ਨਾਸ ਨਹੀਂ ਹੋਣ ਦਿੰਦਾ, ਆਪਣੀ ਸਿੱਖੀ ਵੀ ਨਹੀਂ ਖਤਮ ਹੋਣ ਦਿੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬੇ ਬੁੱਢੇ ਸਾਹਿਬ ਨੂੰ ਵਰ ਦਿੱਤਾ ਮਹਾਰਾਜ ਛੇਵੇਂ ਪਾਤਸ਼ਾਹ ਨੇ, ਕਹਿੰਦੇ ਤੁਹਾਡੇ ਪੰਥ ਵਿੱਚ ਪੜੇ ਪੜਾਏ ਆਉਣਗੇ, ਪੜੇ ਪੜਾਏ ਆਉਣਗੇ। ਅੱਜ ਵੇਖੋ ਮਹਾਰਾਜ ਦੀ ਕਿਰਪਾ ਹੈ, ਨੌਜਵਾਨ ਸਿੰਘ ਬਾਣੇ ਵਿੱਚ, ਬਾਣੀ ਵਿੱਚ ਤਿਆਰ ਪਰ ਤਿਆਰ ਹਨ। ਔਰ ਇਹਨਾਂ ਦੇਸ਼ਾਂ ਵਿੱਚ ਦੂਰ ਪੰਜਾਬ ਤੋਂ ਬੈਠੇ ਤੁਸੀਂ ਸਿੱਖੀ ਸਾਂਭੀ ਹੋਈ ਹੈ। ਮਹਾਰਾਜ ਇੱਦਾਂ ਹੀ ਤੁਹਾਡੇ ਤੇ ਕਿਰਪਾ ਰੱਖੇ। ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ, ਤੁਹਾਡੇ ਪੋਤੇ ਪੜਪੋਤੇ ਵੀ ਇੱਦਾਂ ਹੀ ਸਿੰਘ ਸਜਣ। ਬਸ ਇਹਦੇ ਲਈ ਆਪਾਂ ਇੱਕੋ ਹੀ ਉਪਰਾਲਾ ਕਰਨਾ, ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ, ਗੁਰੂਆਂ ਦਾ ਇਤਿਹਾਸ, ਗੁਰੂਆਂ ਦੀ ਬਾਣੀ ਨਾਲ ਜੋੜ ਕੇ ਰੱਖੋ। ਤੁਹਾਡਾ ਵੀ ਭਲਾ, ਤੁਹਾਡੀ ਆਉਣ ਵਾਲੀ ਜਨਰੇਸ਼ਨ ਦਾ ਵੀ ਭਲਾ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ,